सत श्री अकाल, तुसीं वेख रहे हो लुधियाना खबरनामा। मैं तुहाडे नाल जसमीत। बुलेटिन की तफसील शुरू करांगे। पहला नज़र हैडलाइनस ते। नगर निगम की हुई बैठक, इस दौरान कई मुद्दों पर की गई चर्चा। बैठक में अकाली लीडर जसपाल ग्यासपुरा ने कांग्रेस के साधे निशाने। मीटिंग में कच्चे मुलाजमां नूं पक्के करने का मता किया गया पास। कलोनाइजरां दे प्रॉपर्टी डीलरां वल्लों किया गया रोस प्रदर्शन। वधे कलैक्टर रेटां दे खिलाफ जताया रोह। 28 जुलाई नूं वड्डा इकट्ठ जुटाउण दा दित्ता सद्दा। कैबिनेट मंत्री लालचंद कटारू चक्की वल्लों मीटिंग दे विच विधायक ते उच्च अधिकारी रहे मौजूद। इस दौरान सूबा सरकार दीआं योजनावां संबंधी की गई गलबात। मौसम ਨੂੰ ਲੈ ਕੇ सूबे ਦੇ हाई अलर्ट जारी। अगले दिनों में सूबे ਦੇ भारी बरसात की संभावना। मौसम माहिरां ਦੇ ਵੱਲੋਂ ਸਾਂਝੀ ਕੀਤੀ ਗਈ जानकारी। मोती महल ਦੇ ਵਿੱਚ ਕਰਵਾਇਆ ਗਿਆ ਤੀ ਸਮਾਗਮ। ਵੱਡੀ ਗਿਣਤੀ ਦੇ ਵਿੱਚ ਔਰਤਾਂ ਨੇ ਕੀਤੀ ਸ਼ਮੂਲੀਅਤ। ਸੱਭਿਆਚਾਰਕ ਪਹਿਰਾਵੇ ਦੇ ਵਿੱਚ ਪੁੱਜੀਆਂ ਔਰਤਾਂ। ਤੇ ਹੁਣ ਖਬਰਾਂ ਦੀ ਤਫਸੀਲ ਸ਼ੁਰੂ ਕਰ ਲੈਂਦੇ ਹਾਂ। ਲੁਧਿਆਣਾ ਦੇ ਨਗਰ ਨਿਗਮ ਜ਼ੋਨ ਏ ਦਫ਼ਤਰ ਦੇ ਵਿੱਚ ਅੱਜ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਣੇ ਕਈ ਅਹਿਮ ਮੁੱਦਿਆਂ ਤੇ ਗੱਲਬਾਤ ਹੋਈ। ਇਸ ਦੌਰਾਨ ਨਗਰ ਨਿਗਮ ਕੌਂਸਲਰਾਂ ਤੋਂ ਇਲਾਵਾ ਨਗਰ ਨਿਗਮ ਮੇਅਰ ਤੇ ਅਧਿਕਾਰੀ ਵੀ ਮੌਜੂਦ ਰਹੇ। ਇਸ ਮੀਟਿੰਗ ਦੌਰਾਨ ਨਗਰ ਨਿਗਮ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਇਸੇ ਦੇ ਚੱਲਦਿਆਂ ਕੱਚੇ ਮੁਲਾਜ਼ਮਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਤਾਂ ਉਧਰ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਆਖਿਆ ਕਿ ਸਾਰੇ ਹੀ ਕੌਂਸਲਰਾਂ ਅਤੇ ਵਿਧਾਇਕਾਂ ਦੀ ਸਹਿਮਤੀ ਨਾਲ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਮਤਾ ਪਾਸ ਕੀਤਾ ਗਿਆ, ਜਿਸ ਨੂੰ ਹਾਊਸ ਦੇ ਵਿੱਚ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਦੌਰਾਨ ਉਹਨਾਂ ਆਮ ਆਦਮੀ ਪਾਰਟੀ ਵੱਲੋਂ ਕ੍ਰੈਡਿਟ ਵਾਰ ਨੂੰ ਲੈ ਕੇ ਸਵਾਲ ਖੜੇ ਕਰ ਦਿੱਤੇ। ਅੱਜ ਸਿਰਫ ਇੱਕ ਹੀ ਮੁੱਦਾ ਵਿਚਾਰਿਆ ਗਿਆ, ਜਿਹੜੇ ਸਾਡੇ ਕੱਚੇ ਮੁਲਾਜ਼ਮ ਪੱਕੇ ਕਰਨੇ ਸੀ। ਸੀਵਰੇਜਮੈਨ, ਸਫਾਈ ਕਰਮਚਾਰੀ। ਮੈਂ ਜਸਪਾਲ ਸਿੰਘ ਗਿਆਸਪੁਰਾ ਵਿਰੋਧੀ ਧਿਰ ਦਾ ਲੀਡਰ। ਇਹ ਅਸੀਂ ਏਜੰਡਾ ਵੈਸੇ ਪਹਿਲਾਂ ਕਾਰਪੋਰੇਸ਼ਨ ਦੀ ਮੀਟਿੰਗ ਮਾਨਯੋਗ ਮੇਅਰ ਸਾਹਿਬ ਦੀ ਅਗਵਾਈ 'ਚ 12ਵੇਂ ਮਹੀਨੇ 'ਚ ਹੋਈ ਸੀ, ਜਦੋਂ ਸਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ, ਉਦੋਂ ਵੀ ਇਹ ਪਾਸ ਕਰਕੇ ਭੇਜਿਆ ਸੀ। ਅੱਜ ਇਸ ਨੂੰ ਦੁਬਾਰਾ ਪਾਸ ਕੀਤਾ। ਇਹਦੇ ਵਿੱਚ ਜਿਹੜੀ ਤਰੁੱਟੀਆਂ ਸੀਗੀਆਂ, ਜਿਵੇਂ ਸਾਡੇ ਵੇਲਦਾਰ, ਡਰਾਈਵਰ ਸਾਰੇ ਰਹਿ ਗਏ ਸੀ, ਔਰ ਸਾਡੇ JESDO ਰਹਿ ਗਏ ਸੀ ਜਿਹੜੇ 7-7 ਸਾਲਾਂ ਤੋਂ ਲੱਗੇ ਨੇ, ਉਹਨਾਂ ਨੂੰ ਪੱਕਾ ਕਰਨ ਦਾ ਵਿੱਚ ਏਜੰਡਾ ਭੇਜਿਆ। ਸਾਰਿਆਂ ਨੇ ਸਰਬਸੰਮਤੀ ਨਾਲ ਪਾਸ ਕੀਤਾ। ਹਰ ਪਾਰਟੀ ਨੇ ਇਹਦਾ ਸਵਾਗਤ ਕੀਤਾ। ਔਰ ਇਹਦੇ ਵਿੱਚ ਸੰਬੰਧਿਤ ਕੌਂਸਲਰਾਂ ਨੂੰ ਇਹਨਾਂ ਨੇ ਦੁਰਨਕਾਰ ਕਰਕੇ ਔਰ ਅਫਸਰਾਂ ਦੀ ਇੱਕ ਨੇ ਕੋਈ ਗਲਤ ਕੰਮ ਵਿੱਚ ਕੀਤੇ ਨੇ, ਕੋਈ ਡੰਮੀ ਬੰਦੇ ਪਾਤੇ, ਕੋਈ ਡੈਥ ਜਿਨ੍ਹਾਂ ਦੀ ਹੋਈ ਉਹ ਪਾਤੇ। ਉਹਨਾਂ ਦੇ ਵਿੱਚ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇਹ ਕਿਹਾ ਵੀ 7 ਦਿਨ ਦੇ ਵਿੱਚ ਜਿਹੜਾ ਵੀ ਕੋਈ ਗਲਤ ਬੰਦਾ ਆਇਆ, ਸੰਬੰਧਿਤ ਕੌਂਸਲਰ ਨੂੰ ਪੁੱਛ ਕੇ ਉਹਨੂੰ ਬਾਹਰ ਕੱਢਿਆ ਜਾਊਗਾ। ਇਹ ਲਿਸਟ ਫਾਈਨਲ ਕਰਕੇ 7 ਦਿਨਾਂ ਦੇ ਵਿੱਚ ਸਰਕਾਰ ਨੂੰ ਭੇਜ ਦਿੱਤੀ ਜਾਏਗੀ, ਤਾਂ ਕਿ ਕਿਸੇ ਵੀ ਗਰੀਬ ਮੁਲਾਜ਼ਮ ਦਾ ਹੱਕ ਨਾ ਰਹਿ ਜਾਵੇ। ਪੰਜਾਬ ਸਰਕਾਰ ਦੇ ਵੱਲੋਂ ਕਲੈਕਟਰ ਰੇਟਾਂ ਦੇ ਵਿੱਚ ਵੱਡੇ ਪੱਧਰ ਤੇ ਵਾਧਾ ਕਰਨ ਅਤੇ ਕਲੋਨੀਆਂ ਦੇ ਨਾਲ ਪਿੰਡਾਂ ਦੇ ਰਕਬਿਆਂ ਦੇ ਅੰਦਰ ਸਥਿਤ ਪਲਾਟਾਂ ਦੀਆਂ ਰਜਿਸਟਰੀਆਂ ਬੰਦ ਕਰਨ ਦੇ ਵਿਰੋਧ ਵਿੱਚ ਅੱਜ ਹੰਬੜਾ ਰੋਡ, ਸਾਊਥ ਸਿਟੀ ਤੇ ਨਹਿਰ ਰੋਡ ਦੇ ਕਲੋਨਾਈਜ਼ਰਾਂ, ਪ੍ਰਾਪਰਟੀ ਡੀਲਰਾਂ ਤੇ ਆਰਜੀ ਨਿਵਾਸੀਆਂ ਦੇ ਵੱਲੋਂ ਇੱਕ ਨਿੱਜੀ ਰਿਜ਼ੋਰਟ ਦੇ ਵਿੱਚ ਮੀਟਿੰਗ ਕਰਕੇ ਲਾਮਬੰਦੀ ਕੀਤੀ ਗਈ ਹੈ। ਸਰਕਾਰ ਦੇ ਇਸ ਫੈਸਲੇ ਦਾ ਤਿੱਖਾ ਵਿਰੋਧ ਕੀਤਾ ਗਿਆ ਤੇ ਤਿੱਖਾ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ ਗਈ ਹੈ। ਨਾਲ ਹੀ ਆਪਣੇ ਕੰਮਕਾਜ ਬੰਦ ਰੱਖਣ ਦਾ ਫੈਸਲਾ ਵੀ ਕੀਤਾ ਗਿਆ। ਇਸ ਦੇ ਨਾਲ ਹੀ ਮਿਤੀ 28 ਜੁਲਾਈ ਨੂੰ ਲੁਧਿਆਣਾ ਦੇ ਕਾਸਾ ਲਿਬਰੇਨ ਹੋਟਲ ਦੇ ਵਿੱਚ ਹੋਣ ਵਾਲੀ ਪੰਜਾਬ ਪੱਧਰੀ ਮੀਟਿੰਗ ਦੇ ਵਿੱਚ ਵੱਡਾ ਇਕੱਠ ਜੁਟਾਉਣ ਦਾ ਸੱਦਾ ਦਿੱਤਾ ਗਿਆ। ਉਗੇ ਕਲੋਨਾਈਜ਼ਰ ਤੇ ਕਾਰੋਬਾਰੀ ਹਰਕਿੰਦਰ ਸਿੰਘ ਗਰੇਵਾਲ ਦੇ ਵੱਲੋਂ ਆਯੋਜਿਤ ਇਸ ਮੀਟਿੰਗ ਦੌਰਾਨ ਕਲੋਨਾਈਜ਼ਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਗੁਰਿੰਦਰ ਲਾਂਬਾ ਖਾਸ ਤੌਰ ਤੇ ਪਹੁੰਚੇ। ਦੇਖੋ, ਪੰਜਾਬ ਦੇ ਵਿੱਚ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਹੈ ਕਿ 400% ਕਲੈਕਟਰ ਰੇਟ ਵਧਾਤੇ ਨੇ। ਅਸੀਂ ਇਹ ਨਹੀਂ ਕਹਿੰਦੇ ਕਿ ਕਲੈਕਟਰ ਰੇਟ ਵਧਣੇ ਨਹੀਂ ਚਾਹੀਦੇ, ਕਲੈਕਟਰ ਰੇਟ ਵਧਣੇ ਚਾਹੀਦੇ ਆ। ਹਰ ਸਾਲ 20% ਰੇਟ ਸਰਕਾਰ ਵਧਾਵੇ, ਕਿਉਂਕਿ ਸਰਕਾਰ ਨੂੰ ਵੀ ਰੈਵਨਿਊ ਚਾਹੀਦਾ ਹੁੰਦਾ। ਪਰ 400% ਰੇਟ ਵਧਾਉਣੇ, ਇਹਦੇ 'ਚ ਬਹੁਤ ਵੱਡੀ ਜਿਹੜੀ ਆਮ ਪਲਾਟ ਹੋਲਡਰ ਹੈ, ਕਲੋਨਾਈਜ਼ਰ ਨੂੰ ਸਮੱਸਿਆ ਨਹੀਂ, ਇਹ 'ਚ ਪਲਾਟ ਹੋਲਡਰ ਨੂੰ ਸਮੱਸਿਆ, ਕਿਉਂਕਿ ਉਹਦੇ ਕੋਲੇ ਵਾਈਟ ਮਨੀ ਨਹੀਂ ਹੁੰਦੀ ਨਹੀਂ ਦੇਣ ਦੇ ਲਈ, ਤੇ ਉਹਦੀਆਂ ਰਜਿਸਟਰੀਆਂ ਕਿੱਥੋਂ ਹੋਣਗੀਆਂ। ਤੇ ਜਦੋਂ ਪੇਮੈਂਟ ਦਾ ਸਰਕਲ ਰੁਕਦਾ ਹੈ, ਕਲੋਨਾਈਜ਼ਰ ਕੋਲ ਪੈਸੇ ਨਹੀਂ ਆਉਂਦੇ, ਪਲਾਟ ਹੋਲਡਰ ਕੋਲ ਅੱਗੇ ਦਿੱਤੇ ਨਹੀਂ ਜਾਂਦੇ, ਅੱਗੇ ਦੀ ਅੱਗੇ ਚੇਨ ਬਣੀ ਹੁੰਦੀ ਹੈ, ਉਹ ਸਾਰੀ ਚੇਨ ਰੁਕ ਜਾਂਦੀ ਹੈ ਤੇ ਫਿਰ ਉਹਦੇ ਨਾਲ ਲੀਗਲ ਜਿਹੜੀ ਲਿਟੀਗੇਸ਼ਨ ਬਹੁਤ ਵੱਧਦੀ ਹੈ। ਔਰ ਪੰਜਾਬ ਸਰਕਾਰ ਨੇ ਇਹੋ ਜਿਹਾ ਫੈਸਲਾ ਕਰਤਾ ਹੈ, ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਦਾ ਸਲਾਹਕਾਰ ਕੌਣ ਹੈ। ਇਹ ਦਿੱਲੀ ਮਾਡਲ, ਜੇ ਤਾਂ ਇਹੋ ਜਿਹਾ ਦਿੱਲੀ ਮਾਡਲ ਸੀਗਾ
ਫਿਰ ਤਾਂ ਮੇਰਾ ਖਿਆਲ ਹੈ ਵੀ 3 ਮਹੀਨੇ 'ਚ ਲੋਕਾਂ ਨੇ ਸੰਗਰੂਰ 'ਚ ਦੱਸ ਹੀ ਦਿੱਤਾ ਵੀ ਸਾਨੂੰ ਦਿੱਲੀ ਮਾਡਲ ਪਸੰਦ ਨਹੀਂ। ਸਰਕਾਰ ਨੂੰ ਗਲਤਫਹਿਮੀ ਹੈ ਇੱਕ ਦਿਨ ਦੇ ਵਿੱਚ ਜੇ ਆਪਾਂ ਇੱਕ ਸੈਕਟਰ ਦੇ ਉੱਤੇ ਇੰਨਾ ਬੋਝ ਪਾ ਦਈਏ ਵੀ 100 ਦੀ ਜਗ੍ਹਾ ਤੁਸੀਂ 500 ਰੁਪਇਆ ਦੇ ਦਿਓ, ਉਹ ਰੈਵਨਿਊ ਨਹੀਂ ਵਧਣਾ। ਲੋਕਾਂ ਨੇ ਹੋਰ ਰਸਤੇ ਲੱਭ ਲੈਣੇ ਆ, ਲੋਕਾਂ ਨੇ ਫੁੱਲ ਐਂਡ ਫਾਈਨਲ ਕਰਾ ਲੈਣੇ ਆ, ਟੌਰਨੀਆਂ ਲੈ ਲੈਣੀਆਂ, ਜਾਂ ਲੋਕ ਸੌਦੇ ਛੱਡ ਕੇ ਪਿੱਛੇ ਹਟ ਜਾਣਗੇ, ਲੋਕ ਹਿਮਾਚਲ ਚਲੇ ਜਾਣਗੇ, ਲੋਕ ਹੋਰ ਕਿਸੇ ਬਿਜ਼ਨਸ 'ਚ ਇਨਵੈਸਟ ਕਰ ਦੇਣਗੇ। ਇੱਕ ਦਿਨ ਦੇ ਵਿੱਚ ਇੰਨਾ ਵੱਡਾ ਜਿਹੜਾ ਹਾਈਕ ਹੈ ਉਹ ਲੋਕ ਨਹੀਂ ਦੇਣਗੇ। ਉਹਦੇ ਵਿੱਚ ਸਰਕਾਰ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਵੀ ਇਹ ਕੋਲੋਨਾਈਜ਼ਰ ਅਸੀਂ ਇਹ ਕਿਉਂ ਰੌਲਾ ਪਾ ਰਹੇ ਹਾਂ, ਅਸੀਂ ਨਹੀਂ ਦੇਣਾ ਹੈ, ਸਾਨੂੰ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ, ਨਾ ਪ੍ਰਾਪਰਟੀ ਡੀਲਰਸ ਨੂੰ ਕੋਈ ਫਰਕ ਪੈਂਦਾ, ਨਾ ਆਰਜੀ ਨਵੀਸ ਨੂੰ, ਐਂਡ ਯੂਜ਼ਰ ਦੀ ਪਾਕਟ ਦੇ ਐਂਡ ਯੂਜ਼ਰ ਨੂੰ ਹਜੇ ਪਤਾ ਨਹੀਂ ਹੈ ਕਿ ਸਾਡੇ ਤੇ ਕਿੰਨੀ ਵੱਡੀ ਇਹ ਬੋਝ ਪੈ ਚੁੱਕਿਆ। ਅਸੀਂ ਤਾਂ ਉਹਨਾਂ ਨੂੰ ਵੀ ਅਲਰਟ ਕਰ ਰਹੇ ਹਾਂ ਵੀ ਇਹ ਤੁਹਾਡੀ ਪਾਕਟ ਤੇ ਬਹੁਤ ਵੱਡਾ ਬੋਝ ਪੈ ਗਿਆ। ਉਹ ਹੁਣ 400%, 300%, 200% ਇਹ ਹਿਸਾਬ ਨਾਲ ਰੇਟ ਵਧਾ ਦਿੱਤੇ ਗਏ ਨੇ। ਹੁਣ ਤੁਸੀਂ ਦੱਸੋ ਵੀ ਇੱਕ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਕੋਈ ਪਲਾਟ ਲਿਆ ਵਾ ਕਿਸੇ ਵੀ ਕਾਲਨੀ 'ਚ, ਤੁਹਾਡਾ 20-25 ਲੱਖ ਦਾ ਚੈੱਕ ਬਣਨਾ, ਤੁਸੀਂ ਬੈਂਕ ਲੋਨ ਲੈ ਲਿਆ 25 ਲੱਖ ਦਾ। ਹੁਣ ਜਿਸ ਦਿਨ ਅੱਜ 5 ਦਿਨ ਬਾਅਦ ਰਜਿਸਟਰੀ ਹੈ ਤੁਹਾਡੀ, ਤੁਹਾਨੂੰ ਅੱਜ ਸਰਕਾਰ ਨੇ ਕਹਿੰਦਾ ਵੀ ਉਸ ਹਿਸਾਬ ਨਾਲ ਮੈਂ ਕਹੂੰਗਾ ਜੀ 1 ਕਰੋੜ ਰੁਪਏ ਦਾ ਚੈੱਕ ਲਿਆ ਕੇ ਦਿਓ, ਤੁਸੀਂ ਕਿੱਥੋਂ ਲਿਆ ਕੇ ਦੋਗੇ ਚੈੱਕ ਮੈਨੂੰ 1 ਕਰੋੜ ਦਾ? ਅਦਰ ਲੁਧਿਆਣਾ ਦੇ ਬੱਚਤ ਭਵਨ ਵਿਖੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਵੱਲੋਂ ਇੱਕ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ, ਜਿਸ ਦੇ ਵਿੱਚ ਐਮਐਲਏਸ ਤੇ ਬਾਕੀ ਉੱਚ ਅਧਿਕਾਰੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਉੱਥੇ ਇਸ ਮੀਟਿੰਗ ਤੋਂ ਬਾਅਦ ਮੀਡੀਆ ਦੇ ਵਿੱਚ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਉਹਨਾਂ ਨੂੰ ਲੁਧਿਆਣਾ ਜ਼ਿਲ੍ਹੇ ਦਾ ਇੰਚਾਰਜ ਲਾਇਆ ਗਿਆ ਹੈ ਤੇ ਅੱਜ ਮੀਟਿੰਗ ਦੇ ਵਿੱਚ ਉਹਨਾਂ ਕੁਝ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਯੋਜਨਾਵਾਂ ਸੰਬੰਧੀ ਗੱਲਬਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਮੀਡੀਆ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਦਿੱਤੇ। ਮੈਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੁਧਿਆਣੇ ਜ਼ਿਲ੍ਹੇ ਦੇ ਇੰਚਾਰਜ ਦੇ ਰੂਪ 'ਚ ਮੇਰੀ ਡਿਊਟੀ ਲਾਈ ਹੈ। ਸੋ ਪਹਿਲੀ ਗੱਲ ਤਾਂ ਬਹੁਤ ਅੱਛਾ ਲੱਗਿਆ, ਵੱਖ-ਵੱਖ ਸਾਡੇ ਵਿਧਾਇਕ ਸਾਹਿਬਾਨ, ਸਾਡੇ ਵੱਖ-ਵੱਖ ਮਹਿਕਮਿਆਂ ਦੇ ਅਫੀਸਰ ਸਾਹਿਬਾਨ, ਮੈਡਮ ਡੀਸੀ ਸਾਹਿਬਾਨ ਜੀ, ਕਮਿਸ਼ਨਰ ਸਾਹਿਬ ਜੀ, ਬਹੁਤ ਸਾਰੇ ਸਾਡੇ ਇੱਥੇ ਉੱਚ ਅਧਿਕਾਰੀ ਬੈਠੇ ਆ। ਸੋ ਲੁਧਿਆਣੇ ਦੇ ਅੰਦਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਹੋਈਆਂ ਵੱਖ-ਵੱਖ ਯੋਜਨਾਵਾਂ, ਸਕੀਮਾਂ ਦਾ ਰਿਵਿਊ ਕੀਤਾ ਗਿਆ ਔਰ ਕਾਫੀ ਤਸੱਲੀ ਹੈ। ਸਾਡਾ ਪ੍ਰਸ਼ਾਸਨ, ਸਾਡੀ ਟੋਟਲ ਸਰਕਾਰ ਦੇ ਨੁਮਾਇੰਦੇ ਮਿਲ ਕੇ ਜਿਸ ਤਰ੍ਹਾਂ ਕੰਮ ਕਰ ਰਹੇ ਦਿਨ ਰਾਤ, ਲੁਧਿਆਣਾ ਆਉਣ ਵਾਲੇ ਦਿਨਾਂ 'ਚ ਇੱਕ ਨਵੇਂ ਰੂਪ ਦੇ ਵਿੱਚ ਲੁਧਿਆਣੇ ਦੇ ਲੋਕਾਂ ਨੂੰ ਮਿਲੇ। ਉਹ ਚਾਹੇ ਬੁੱਢੇ ਨਾਲੇ ਦਾ ਸਵਾਲ ਆ, ਉਹਦੀ ਸਫਾਈ ਦਾ ਮਸਲਾ ਹੋਵੇ, ਚਾਹੇ ਗ੍ਰੀਨਰੀ ਦੇ ਪੱਖ ਤੋਂ ਹੋਵੇ, ਔਰ ਜਿਹੜੀਆਂ ਗਰੰਟੀਆਂ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦਿਆਂ ਦੇ ਰੂਪ 'ਚ ਕੀਤੀਆਂ ਨੇ, ਉਹ ਜਿਹੜੀਆਂ ਕੱਲੀ ਕਰਕੇ ਅਸੀਂ ਲਾਗੂ ਕਰ ਰਹੇ ਹਾਂ। ਅੱਗੇ ਵਧਾਂਗੇ, ਗੱਲ ਕਾਂਗਰਸ ਦੀ ਕਰ ਲੈਂਦੇ ਹਾਂ। ਈਡੀ ਦੇ ਵੱਲੋਂ ਸੋਨੀਆ ਗਾਂਧੀ ਨੂੰ ਵਾਰ-ਵਾਰ ਬੁਲਾਏ ਜਾਣ ਦੇ ਵਿਰੋਧ ਵਿੱਚ ਯੂਥ ਕਾਂਗਰਸ ਨੇ ਸਾਹਨੇਵਾਲ ਦੇ ਵਿੱਚ ਪ੍ਰਦਰਸ਼ਨ ਕਰਦਿਆਂ ਹੋਇਆਂ ਰੇਲਵੇ ਸਟੇਸ਼ਨ ਦੇ ਵੱਲ ਕੂਚ ਕੀਤਾ, ਜਿੱਥੇ ਪੁਲਿਸ ਨੇ ਯੂਥ ਕਾਂਗਰਸ ਦੇ ਆਗੂ ਨੂੰ ਹਿਰਾਸਤ ਵਿੱਚ ਲਿਆ। ਉਧਰ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਆਖਿਆ ਕਿ ਸਾਡੇ ਲੀਡਰਾਂ ਨੂੰ ਵਾਰ-ਵਾਰ ਈਡੀ ਦੇ ਵੱਲੋਂ ਬੁਲਾਇਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਇਹ ਮੋਦੀ ਸਰਕਾਰ ਦੇ ਕਹਿਣ ਤੇ ਬੁਲਾਇਆ ਜਾ ਰਿਹਾ ਹੈ, ਜੋ ਬਰਦਾਸ਼ਤ ਨਹੀਂ ਕੀਤਾ ਜਾਏਗਾ। ਬਰਿੰਦਰ ਸਿੰਘ ਢਿੱਲੋਂ ਨੇ ਵੀ ਆਖਿਆ ਕਿ ਪ੍ਰਦਰਸ਼ਨ ਕਰਨ ਦੇ ਨਾਲ ਕੇਂਦਰ ਤੱਕ ਸੰਦੇਸ਼ ਜਾਵੇਗਾ, ਇਸ ਕਰਕੇ ਰੇਲਵੇ ਸਟੇਸ਼ਨ ਤੇ ਪ੍ਰਦਰਸ਼ਨ ਚੁਣਿਆ ਗਿਆ ਹੈ। ਇਹ ਤਾਂ ਆਪੋਜੀਸ਼ਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਆ। ਈਡੀ ਦਾ ਜਿਹੜਾ ਦੁਰਵਰਤੋਂ ਆ, ਈਡੀ ਦੀ ਦੁਰਵਰਤੋਂ ਬੰਦ ਹੋਵੇ। ਈਡੀ ਨੂੰ ਜਿਸ ਤਰੀਕੇ ਨਾਲ ਵਰਤਿਆ ਜਾ ਰਿਹਾ ਆਪੋਜੀਸ਼ਨ ਦੇ ਖਿਲਾਫ, ਇਹਦੇ ਖਿਲਾਫ ਅਸੀਂ ਵਿਰੋਧ ਕਰਦੇ ਰਵਾਂਗੇ, ਸੜਕਾਂ ਤੇ ਉਤਰਾਂਗੇ ਔਰ ਹਰ ਉਹ ਕੋਸ਼ਿਸ਼ ਕਰਾਂਗੇ। ਹਾਂਜੀ, ਹੁਣ ਅਸੀਂ ਆਪਣੀ ਗ੍ਰਿਫਤਾਰੀਆਂ ਦਿੱਤੀਆਂ ਵਾ, ਇਹ ਸਾਨੂੰ ਗ੍ਰਿਫਤਾਰ ਕਰਨਗੇ, ਅਸੀਂ ਦੁਬਾਰਾ ਸੜਕਾਂ ਤੇ ਉਤਰਾਂਗੇ, ਸਾਡੀ ਜੰਗ ਜਾਰੀ ਰਹੂਗੀ। ਇਹ ਸਾਰੇ ਭਰਾ ਇੱਥੇ ਬ੍ਰਦਰਜ਼ ਢਾਬਾ ਹੈਗਾ ਸਾਹਨੇਵਾਲ ਦੇ ਵਿੱਚ, ਉੱਥੇ ਇਕੱਠੇ ਹੋਏ ਸੀਗੇ ਔਰ ਉੱਥੋਂ ਇਹਨਾਂ ਨੇ ਪਲਾਨ ਕੀਤਾ ਸੀਗਾ ਕਿ ਇਹ ਜਾ ਕੇ ਰੇਲਵੇ ਲਾਈਨ ਦੇ ਉੱਤੇ ਬੈਠਣਗੇ ਔਰ 2 ਤੋਂ ਲੈ ਕੇ 4 ਵਜੇ ਤੱਕ ਇਹ ਜਿਹੜੀਆਂ ਕੋਈ ਟ੍ਰੇਨਸ ਜਾਂਦੀਆਂ ਨੇ ਉਹਨਾਂ ਨੂੰ ਇਹ ਰੋਕਣਗੇ। ਸਰ ਕੌਣ ਸੀਗੇ ਇਹਨਾਂ ਦੇ ਜਿਹੜੇ ਲੀਡਰ, ਕਿਹੜੇ ਹੁਣ ਹਿਰਾਸਤ ਚ ਲੈ ਗਏ ਨੇ? ਸਾਨੂੰ ਇੰਨਾ ਹੀ ਪਤਾ ਲੱਗਿਆ ਹੈਗਾ ਕਿ ਵੀ ਉਹ ਜਿਹੜਾ ਲੱਕੀ ਸੰਧੂ ਹੈਗਾ ਇੱਥੇ ਇੱਕ ਜੋ ਯੂਥ ਕਾਂਗਰਸ ਦਾ ਇਹਨਾਂ ਦਾ ਆਗੂ ਹੈਗਾ, ਜਿਹਦਾ ਬ੍ਰਦਰਜ਼ ਢਾਬਾ ਹੈਗਾ। ਬਰਿੰਦਰ ਢਿੱਲੋਂ ਜੀ ਵੀ ਯੂਥ ਦੇ ਪ੍ਰਧਾਨ ਨੇ ਪੰਜਾਬ ਦੇ। ਨਹੀਂ, ਮੈਂ ਉਹਨਾਂ ਨੂੰ ਨਹੀਂ ਜਾਣਦਾ, ਨਾ ਮੈਨੂੰ ਉਹ ਦਿਖੇ ਨੇ ਇੱਥੇ। ਤੇ ਕਿੰਨੇ ਕੁ ਬੰਦੇ ਹੁਣ ਆਏ ਸੀਗੇ? ਦੇਖੋ, ਇਹ 35-40 ਬੰਦੇ ਸੀਗੇ, ਕੁਛ ਤਾਂ ਪਿੱਛੋਂ ਭੱਜ ਹੀ ਗਏ। ਠੀਕ ਹੈ, ਜਦੋਂ ਉਹਨਾਂ ਨੇ ਦੇਖਿਆ ਕਿ ਪੁਲਿਸ ਨੇ ਉਹਨੂੰ ਰੋਕ ਲਿਆ ਹੈਗਾ, ਗ੍ਰਿਫਤਾਰ ਕਰ ਲਿਆ, ਤੇ ਬਾਕੀ ਜਿਹੜੇ ਹੈਗੇ ਨੇ ਉਹ ਅਸੀਂ ਰਾਉਂਡ ਅਪ ਕਰ ਲਿਆ ਹੈਗਾ। ਅੱਗੇ ਵਧਾਂਗੇ, ਖਬਰ ਜਗਰਾਉਂ ਦੇ ਮੁਹੱਲਾ ਅਜੀਤ ਨਗਰ ਤੋਂ ਹੈ, ਜਿੱਥੇ ਲੋਕਾਂ ਦੇ ਵੱਲੋਂ ਏਰੀਏ ਦੇ ਵਿੱਚ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜਗਰਾਉਂ ਰਾਏਕੋਟ ਰੋਡ ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਤੇ ਸਰਕਾਰ
ਤੇ ਨਗਰ ਕੌਂਸਲ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਇਲਾਕੇ ਦੇ ਲੋਕਾਂ ਨੇ ਆਪਣੇ ਏਰੀਏ ਦਾ ਹਾਲ ਵਿਖਾਉਂਦਿਆਂ ਆਖਿਆ ਕਿ ਉਹਨਾਂ ਦੇ ਘਰਾਂ ਦੇ ਵਿੱਚ ਵੀ ਹੁਣ ਸੀਵਰੇਜ ਦਾ ਗੰਦਾ ਪਾਣੀ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ। ਪੂਰੇ ਮੁਹੱਲੇ ਦੇ ਨਾਲ ਲੋਕਾਂ ਦੇ ਖਾਲੀ ਪਏ ਪਲਾਟਾਂ ਦੇ ਵਿੱਚ ਵੀ ਸੀਵਰੇਜ ਦਾ ਗੰਦਾ ਪਾਣੀ ਭਰਨ ਲੱਗ ਗਿਆ ਹੈ। ਨਗਰ ਕੌਂਸਲ ਤੇ ਇਲਾਕੇ ਦੇ ਕੌਂਸਲਰ ਉਹਨਾਂ ਦੀ ਗੱਲ ਨਹੀਂ ਸੁਣਦੇ। ਇਹ ਇਲਜ਼ਾਮ ਇਲਾਕਾ ਵਾਸੀਆਂ ਨੇ ਲਾਏ ਨੇ, ਜਿਸ ਕਰਕੇ ਅੱਜ ਉਹ ਮਜਬੂਰ ਹੋਏ ਨੇ ਧਰਨਾ ਲਗਾਉਣ ਨੂੰ। ਪਾਣੀ ਬਹੁਤ ਖੜਦਾ ਵਾ ਇੱਥੇ, ਉਹ ਘੰਟਾ ਸਾਫ਼ ਕਰਦੇ ਆ, ਸਾਰੀ ਦਿਹਾੜੀ ਪਾਣੀ ਉਵੇਂ ਚੱਲਦਾ। ਆ ਕੇ ਥੋੜੇ ਪੱਟੇ ਹੋਏ ਵੀ ਆ ਵੀ ਪਾਣੀ ਸਾਫ਼ ਕਰਤਾ ਜੀ, ਮੱਥਾ ਟੇਕ ਕੇ ਤੁਰ ਜਾਂਦੇ ਇੱਥੇ। ਲੋਕ ਡਿੱਗਦੇ ਆ ਜੀ, ਇੱਟਾਂ ਰੋੜੇ ਪੈਂਦਾ ਨਾ, ਇੱਟਾਂ ਰੋੜੇ ਇੰਨੇ ਆ, ਪਬਲਿਕ ਡਿੱਗਦੀ ਆ, ਬੁੜੀਆਂ ਡਿੱਗਦੀਆਂ ਵਾ। ਕੋਈ ਬੀਪੂ ਦਾ ਕਣਕ ਲੈ ਜਾਂਦਾ ਉਹਦੀ ਡੁੱਲ ਜਾਂਦੀ ਆ, ਜੇ ਕੋਈ ਰਾਸ਼ਨ ਲੈ ਜਾਂਦਾ ਉਹਦਾ ਡੁੱਲ ਜਾਂਦਾ ਵਾ। ਮੈਂ ਡਿੱਗਿਆ, ਲੱਤ ਮੇਰੀ ਛੱਡ। ਸਕੂਲਾਂ ਵਾਲੇ ਬੱਚੇ ਤਾਂ ਬੈਠੇ ਗੋਡੇ ਗੋਡੇ ਪਾਣੀ 5 ਨੰਬਰ ਗਲੀ 'ਚ, 6 ਨੰਬਰ ਗਲੀ 'ਚ, ਆ ਮੇਨ ਗਲੀ 'ਚ। ਮਾੜਾ ਜਿਹਾ ਪੂਰੀ ਸਾਦਾ ਦਾ ਪਾਣੀ ਕੱਢ ਜਾਂਦੇ, ਮੁੜ ਕੇ ਕੋਈ ਆਉਂਦਾ ਨਹੀਂ। ਮੁੱਦੇ ਕਹਿੰਦੇ ਮਸਕਾਂ ਨੂੰ ਕੀ ਕਹਿੰਦੇ, ਕੋਈ ਸੁਣਦਾ ਨਹੀਂ। ਨਾ ਕੋਈ ਕਮੇਟੀ ਦਾ ਜਿੰਦੇ ਲਾਉਂਦਾ ਕਹਿੰਦੇ ਹੈ ਹੀ ਨਹੀਂ ਘਰੇ। ਪੱਟੇ ਹੋਏ ਜੀ, ਦੀਵਾਲੀ ਮੁੜ ਗਿਆ ਕਿ ਕੋਈ ਐਮਸੀ ਨਹੀਂ ਆਉਂਦਾ, ਨਾਲ 2 ਐਮਸੀ ਸਾਡੇ ਮਹੱਲੇ ਵਿੱਚ ਹੋਤਾ ਤੇ ਲੋੜ ਸਾਹਿਬ। ਕੀ ਪੱਟਿਆ ਕੀ ਹੋਇਆ? ਆ ਗਲੀ ਪੱਟੀ ਹੋਈ ਆ ਜੀ, ਡੱਗ ਖਾਲੀ ਪਏ ਆ, ਉੱਪਰ ਢੱਕਣ ਹੈ ਨਹੀਂਗੇ। ਦੇਖੋ ਚੱਲ ਕੇ ਮੌਕਾ ਦੇਖੋ, ਜਿਹੜਾ ਪਾਣੀ 5 ਨੰਬਰ ਤੇ 6 ਨੰਬਰ 'ਚ ਕੀੜੇ ਪਏ ਬੱਚੇ ਡਿੱਗ ਸਕਦੇ ਜੀ, ਸਕੂਲੋਂ ਆਉਂਦੇ ਆ। ਰੋਜ਼ ਡਿੱਗਦੇ। ਕੱਲ ਪੁਲਿਸ ਮੁਲਾਜ਼ਮ ਡਿੱਗਿਆ ਜੀ, ਉਹਦੀ ਵਰਦੀ ਸਾਰੀ ਖਰਾਬ, ਪੈਸੇ ਖਰਾਬ ਉਹਦੇ ਸਾਰੇ। ਇਹਦਾ ਕੋਈ ਵੀ ਇਸ ਚੀਜ਼ ਦਾ ਕ੍ਰੈਡਿਟ ਲੈਂਦਾ, ਮੈਂ ਉਸ ਗੱਲ 'ਚ ਨਹੀਂ ਜਾਣਾ ਚਾਹੁੰਦਾ। ਜੇ ਉਹ ਕ੍ਰੈਡਿਟ ਲੈਂਦਾ ਤਾਂ ਮੈਂ ਬੜਾ ਖੁਸ਼ੀ ਨਾਲ ਕਹਿੰਦਾ ਉਹ ਕ੍ਰੈਡਿਟ ਲੈਂਦਾ ਤਾਂ ਉਹ ਲੈ ਲਵੇ, ਕੋਈ ਵੀ ਬੰਦਾ। ਮੈਨੂੰ ਇਸ ਕੋਈ ਪ੍ਰੋਬਲਮ ਨਹੀਂ, ਮੈਂ ਕ੍ਰੈਡਿਟ ਨਹੀਂ ਲੈਂਦਾ, ਸਾਰੇ ਸ਼ਹਿਰ ਨੂੰ ਪਤਾ। ਅਸੀਂ ਪੂਰੀ ਕੋਸ਼ਿਸ਼ ਕਰਕੇ ਆਪਦੇ ਕਮੇਟੀ ਦੇ ਫੰਡਾਂ ਦੀ ਵਰਤੋਂ ਕਰਦੇ ਹੋਏ ਅਸੀਂ 4 ਮਸ਼ੀਨਾਂ ਮੰਗਾਈਆਂ ਜੀ ਉਹਦੀ ਸਫਾਈ ਲਈ, ਮੇਨ ਡੋਟਸ ਦੀ। ਉਹ ਮੇਨ ਡੋਟਸ ਦੀ ਸਫਾਈ ਹੋ ਗਈ ਹੈ ਜੀ। ਹੁਣ ਉਹ ਗਾਂਧੀ ਮਹੱਲੇ ਤੇ ਅਜੀਤ ਨਗਰ 'ਚ ਉਹਨਾਂ ਦੀ ਜੈਨੂਨ ਪ੍ਰੋਬਲਮ ਆ। ਉਹ ਪਾਣੀ ਰੇਤੇ ਦੀਆਂ ਭਰ ਕੇ ਬੋਰੀਆਂ, ਉਹ ਪਾਣੀ ਰੋਕਿਆ ਗਿਆ ਵੀ ਜਿੱਧਰ ਪਾਣੀ ਚਨਾਈ ਕਰਨੀ ਹੁੰਦੀ ਆ ਵੀ ਉਧਰ ਪਾਣੀ ਵਾਪਸ ਨਾ ਜਾਵੇ ਜਾਂ ਉਦੋਂ ਅੱਗੇ ਨਾ ਜਾਵੇ। ਇਸ ਕਰਕੇ ਉਹ ਬੋਰੀਆਂ ਲਾਈਆਂ ਗਈਆਂ ਤਾਂ ਉਹ ਪ੍ਰੋਬਲਮ ਵਿੱਚ ਦੀ, ਕਿਉਂਕਿ ਫਿਰ ਬਰਸਾਤਾਂ ਹੁੰਦੀਆਂ ਰਹੀਆਂ। ਜਿੱਦਾਂ ਦੀਆਂ ਮਸ਼ੀਨਾਂ ਮੰਗਾਈਆਂ ਉਦੋਂ ਦੀਆਂ ਲਗਭਗ 1-2 ਦਿਨ ਛੱਡ ਕੇ ਬਰਸਾਤ ਹੁੰਦੀ ਰਹੀ। ਇਹ 'ਚ ਵੀ ਇੱਕ ਮੇਜਰ ਪ੍ਰੋਬਲਮ ਸਾਨੂੰ ਆਈ। ਹੁਣ ਖਬਰ ਲੁਧਿਆਣਾ ਦੇ ਮਾਡਲ ਟਾਊਨ ਤੋਂ ਹੈ, ਜਿੱਥੇ ਨਿੱਜੀ ਬੈਂਕ ਜਾ ਰਹੇ ਇੱਕ ਨੌਜਵਾਨ ਨੂੰ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਨੌਜਵਾਨ ਤੋਂ ਪੈਸਿਆਂ ਨਾਲ ਭਰਿਆ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਲੁਟੇਰਿਆਂ ਨੇ ਨੌਜਵਾਨ ਤੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਨੌਜਵਾਨ ਜ਼ਖਮੀ ਹੋ ਗਿਆ। ਉੱਥੇ ਇਸ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਲੁਟੇਰਿਆਂ ਨੂੰ ਕਾਬੂ ਕਰ ਉਹਨਾਂ ਦਾ ਕੁਟਾਪਾ ਚਾੜ ਦਿੱਤਾ ਗਿਆ ਤੇ ਬਾਅਦ ਵਿੱਚ ਪੁਲਿਸ ਦੇ ਹਵਾਲੇ ਕੀਤਾ ਗਿਆ। ਕੀ ਕੈਸ਼ ਜਮ੍ਹਾਂ ਕਰਾਉਣ ਗਏ ਸੀਗੇ? ਹਾਂਜੀ, ਕੈਸ਼ ਜਮ੍ਹਾਂ ਕਰਾਉਣ। ਕਿਹੜੀ ਕਿੰਨਾ ਕੈਸ਼ ਸੀਗਾ ਤੁਹਾਡੇ ਕੋਲ? 15 ਲੱਖ ਦੇ ਕਰੀਬ ਸੀ। ਅੱਛਾ ਜੀ। ਹਾਂਜੀ, ਬਸ ਜਦੋਂ ਮੈਂ ਗੱਡੀ 'ਚ ਉਤਰਿਆ, ਗੱਡੀ 'ਚ ਉਤਰਦੇ ਉਹਨੇ ਮੇਰੇ 'ਤੇ ਹਮਲਾ ਕਰਤਾ। ਸੀ ਬਾਹਰ ਹੀ, ਅੰਦਰ ਬੈਂਕ ਦੇ ਨਹੀਂ, ਬਾਹਰ ਹੀ ਹੋਇਆ ਲੁੱਟ? ਹਾਂਜੀ, ਬੈਂਕ ਜਸਟ ਮੈਂ ਪਹੁੰਚਣ ਹੀ ਲੱਗਾ ਸੀਗਾ ਗੇਟ ਤੱਕ। ਕਿੰਨੇ ਬੰਦੇ ਸੀਗੇ ਜੀ? ਇੱਕ ਬਾਈਕ ਦੇ ਉੱਤੇ ਐਕਟਿਵਾ ਉਹਨਾਂ ਉੱਤੇ ਬੈਠਾ ਸੀ, ਇਹਨੇ ਆ ਕੇ ਮੇਰੇ ਮਾਰਿਆ ਕੁਛ। ਅੱਛਾ ਜੀ। ਮੈਨੂੰ ਪਤਾ ਨਹੀਂ ਲੱਗਿਆ, ਮੇਰੇ ਬੈਗ ਖੋਚਣ ਦੀ ਕੋਸ਼ਿਸ਼ ਕੀਤੀ ਤੇ ਮੈਂ ਬੈਗ ਛੱਡਿਆ ਨਹੀਂ, ਮੈਂ ਉਹਦੇ ਪਿੱਛੇ ਹੀ ਚਲਾ ਗਿਆ। ਮੇਰਾ ਡਰਾਈਵਰ ਵੀ ਉਹਦੇ ਪਿੱਛੇ ਭੱਜਿਆ, ਉਹਦੇ ਵੀ ਕੰਧੇ 'ਤੇ ਸੱਟ ਲੱਗੀ। ਅੱਛਾ ਜੀ, ਤੁਸੀਂ ਕੰਮ ਕਰਦੇ ਸੀ ਕਿਸੇ ਚੀਜ਼? ਹਾਂਜੀ, ਉੱਥੇ ਕੰਮ ਕਰਦਾ ਜੀ। ਜੇ ਰੂਟੀਨ 'ਚ ਕੈਸ਼ ਲੈ ਕੇ ਆਉਂਦੇ ਸੀ? ਰੂਟੀਨ 'ਚ। ਇਹ ਤੁਹਾਡੇ ਪਿੱਛੇ ਮਗਰ ਲੱਗੀ ਗਏ ਆਏ ਜਾਂ? ਪਤਾ ਨਹੀਂ ਸਰ, ਸਾਨੂੰ ਗੱਡੀ 'ਚ ਉਤਰਦੇ ਹੀ ਪਤਾ ਲੱਗਿਆ, ਪਹਿਲਾਂ ਨਹੀਂ ਸਾਨੂੰ ਪਤਾ ਲੱਗਿਆ। ਮੌਕੇ 'ਤੇ ਵੀਰੇ ਮੁੰਡਾ ਪੈਸੇ ਜਮ੍ਹਾਂ ਕਰਾਉਣਾ ਜੀ, ਉਹਨੂੰ ਦਤਾਰ ਮਾਰ ਕੇ ਉਹਨੂੰ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਤੋਂ। ਕਿੰਨੇ ਬੰਦੇ ਸੀ? 2 ਮੈਂਬਰ ਸੀਗੇ, ਦੋਨੋਂ ਸਕੂਟਰ ਆ ਖੜਾ ਉਹਨਾਂ ਦਾ। ਆ ਦੋਨੋਂ ਫੜੇ ਜਿਹੜੇ ਅਸੀਂ। ਕਿੰਨਾਂ ਨੇ ਫੜੇ ਜੀ ਫਿਰ? ਉਹ ਮੁੰਡੇ ਕੋਈ ਹੋਰ ਲੈ ਕੇ ਆ, ਉੱਥੋਂ ਪ੍ਰੀਤਵਾਲ ਕੋਲ ਫੜ ਕੇ ਲਿਆਇਆ ਜਾ ਕੇ। ਲੈ ਕੇ ਚੱਲੇ ਨੇ? ਹੈਗੇ ਜੀ, ਉਹੀ ਮੁੰਡੇ ਹੈਗੇ ਜਿਹਨਾਂ ਦਾ ਨੰਬਰ ਹੈਗਾ। ਉਹੀ ਦੋਨੋਂ ਮੁੰਡੇ ਉਹੀ ਨੇ ਉਹ ਤਾਂ। ਇਹਨਾਂ ਨੇ ਫੜਿਆ? ਬੈਂਕ ਬੁੱਕ ਚਾਹੀਦੀ ਕਿੱਥੇ ਆਏ? ਬੈਂਕ 'ਚ ਪੈਸੇ ਜਮ੍ਹਾਂ ਕਰਾਉਣ ਆਏ ਸੀ ਨਾ। ਕਿਹੜਾ ਬੈਂਕ ਹੈ ਜੀ? ਇਹ ਸਾਹਮਣੇ ਐਕਸਿਸ। ਜ਼ਖਮੀ ਹੋਇਆ ਮੁੰਡਾ ਕਹਿੰਦੇ ਉਹ ਮੁੰਡੇ ਦਾ ਇਹਨਾਂ ਪੀਸ ਲਾਤਾ ਜੀ ਇਹਨਾਂ ਨੇ। ਅੱਛਾ ਜੀ। ਬਾਂਹ ਦਾ ਪੂਰਾ ਇਹਨਾਂ ਪੀਸ ਹੀ ਉਤਾਰਤਾ ਹੋਇਆ। ਕੀ ਹੈਗਾ ਜੀ? ਦਤਾਰ ਸੀ ਲੱਗਦਾ। ਅੱਛਾ ਜੀ। ਦੀਪ 'ਚ ਗਏ ਹੋਏ ਨੇ। ਇਹ ਤਾਂ ਤੁਹਾਡੇ ਸਾਹਮਣੇ, ਮੈਂ ਤੁਹਾਡੇ ਸਾਰਿਆਂ ਤੋਂ ਬਾਅਦ ਵਿੱਚ ਆਇਆ ਵਾਂ। ਜੋ ਇਹਨਾਂ ਨੇ ਦੱਸਿਆ ਵੀ ਸਾਡੇ ਇਹਨਾਂ ਨੇ ਸੱਟਾਂ ਮਾਰੀਆਂ ਨੇ, ਬੰਦੇ ਫੜੇ ਹੋਏ ਨੇ,
ਜਾ ਕੇ ਜੋ ਬਣਦੀ ਹੈ ਕਾਨੂੰਨੀ ਕਾਰਵਾਈ, ਜੇ 307 ਬਣਦੀ ਹੈ 307 ਹੀ ਲਵਾਂਗੇ, ਕੋਈ ਰੌਲਾ ਨਹੀਂਗਾ। ਇਹਨਾਂ ਨੇ ਇੱਥੇ ਮਾਰਿਆ। ਮੈਂ ਕਿਹਾ ਉਹੀ ਗੱਲ ਹੈ, ਤੇ ਮੈਂ ਤੁਹਾਡੇ ਸਾਹਮਣੇ ਅਜੇ ਮੈਂ ਆਇਆ ਹੀ ਆ, ਹੁਣ ਇਹਦੇ ਜਾ ਕੇ ਪਤਾ ਲੱਗੇਗਾ, ਆਣ ਕੇ ਜਾ ਕੇ ਕਢਾ ਲਾਂਗੇ ਵਿੱਚੋਂ ਸਾਰਾ ਕੁਝ। ਦੇਖੋ ਜੀ, ਪੁਲਿਸ ਤੇ ਸਾਰੀ ਦੁਨੀਆ ਹੀ ਲਗਾਉਂਦੀ ਆ, ਪਰ ਅਸਲੀਅਤ ਕੀ ਆ? ਅਸਲੀਅਤ ਤੇ ਵੇਖਾਂਗੇ ਨਾ। ਇਹ ਤੇ ਤੁਸੀਂ ਵੀ ਕਹਿ ਦੋ ਕਿ ਵੀ ਪੁਲਿਸ ਆ ਉਹ ਕੀਤਾ, ਜੇ ਕੀਤਾ ਤਾਂ ਮੈਂ ਰੋਕ ਥੋੜਾ ਲਊਂਗਾ। ਮੇਰੇ ਤੁਹਾਡੇ ਸਾਹਮਣੇ ਵੀ ਲਾ ਹੀ ਰਿਹਾ, ਮੈਂ ਤਾਂ ਕਹਿੰਦਾ ਤੁਸੀਂ ਕਹਿ ਦਿਓ, ਮੈਂ ਤਾਂ ਕਹਿ ਰਿਹਾ ਖੜਾ ਮੈਂ, ਮੈਨੂੰ ਦੱਸਣ ਵੀ ਕਿਹਦੇ ਕੋਈ ਲੈਣ ਦੇਣ ਹੋਇਆ, ਜੇ ਕੋਈ ਗੱਲ ਕੀਤੀ ਆ। ਇੱਕ ਪਤਾ ਨਹੀਂ, ਜੇ ਤੇ ਜਾ ਕੇ ਪਤਾ ਲੱਗੂਗਾ, ਜਿਹੜੀ ਬਣਦੀ ਆ ਕਾਰਵਾਈ ਕੀਤੀ ਜਾਊਗੀ। ਮਿਨੀ ਸੈਕਟਰੀਏਟ ਵਿਖੇ ਭਾਰਤੀ ਜਨਤਾ ਪਾਰਟੀ ਸ਼ਹਿਰੀ ਦਾ ਇੱਕ ਵਫਦ ਡਿਪਟੀ ਕਮਿਸ਼ਨਰ ਨੂੰ ਨਵੀਂ ਬਣੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਚਿੱਤਰ ਦੇਣ ਲਈ ਪਹੁੰਚਿਆ। ਇਸ ਮੌਕੇ ਬੀਜੇਪੀ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ। ਉਹਨਾਂ ਆਖਿਆ ਕਿ ਨਵੀਂ ਰਾਸ਼ਟਰਪਤੀ ਦੀ ਫੋਟੋ ਆਪਣੇ ਦਫ਼ਤਰ ਦੇ ਵਿੱਚ ਲਗਾਉਣ। ਇਸ ਮੌਕੇ ਉਹਨਾਂ ਆਖਿਆ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਟੀਚਰ ਤੋਂ ਰਾਸ਼ਟਰਪਤੀ ਤੱਕ ਦਾ ਸਫ਼ਰ ਬੜਾ ਹੀ ਸੰਘਰਸ਼ ਵਾਲਾ ਰਿਹਾ ਹੈ। ਦਿਨ ਆਏ ਕੋਈ ਵੀ, ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲਣ ਆਏ ਹਾਂ, ਜਿਹੜੇ ਦੇਸ਼ ਦੀ ਪਹਿਲੀ ਰਾਸ਼ਟਰਪਤੀ, ਆਜ਼ਾਦ ਭਾਰਤ 'ਚ ਜਨਮ ਲੈਣ ਵਾਲੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ ਹੈ, ਸ਼੍ਰੀਮਤੀ ਦ੍ਰੋਪਦੀ ਮੁਰਮੂ। ਇੱਕ ਜਨਜਾਤੀ ਪਰਿਵਾਰ 'ਚ, ਬਹੁਤ ਹੀ ਗਰੀਬ ਪਰਿਵਾਰ 'ਚ ਜਿਨ੍ਹਾਂ ਦਾ ਜਨਮ ਹੋਇਆ, ਬਹੁਤ ਸੰਘਰਸ਼ਮਈ ਜਿਨ੍ਹਾਂ ਦਾ ਜੀਵਨ ਰਿਹਾ, ਔਰ ਟੀਚਰ ਤੋਂ ਜਿਨ੍ਹਾਂ ਨੇ ਆਪਣਾ ਜੀਵਨ ਸ਼ੁਰੂ ਕੀਤਾ, ਇੱਕ ਅਧਿਆਪਕ ਤੋਂ। ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋ ਕੇ ਵੱਖ-ਵੱਖ ਅਹੁਦਿਆਂ 'ਤੇ ਰਹਿੰਦੇ ਹੋਏ ਅੱਜ ਉਹ ਗਵਰਨਰ ਵੀ ਰਹੇ, ਮੰਤਰੀ ਵੀ ਰਹੇ, ਅੱਜ ਉਹ ਰਾਸ਼ਟਰਪਤੀ ਬਣੇ। ਔਰ ਇੱਥੋਂ ਨਜ਼ਰ ਆਉਂਦਾ ਕਿ ਉਹਨਾਂ ਨੇ ਕੱਲ੍ਹ ਕਿਹਾ ਵੀ ਹੈ ਕਿ ਇਹ ਸੋਚਦੇ ਸੀ ਵੀ ਜਿਹੜਾ ਗਰੀਬ ਵਿਅਕਤੀ ਹੈ ਸੁਪਨਾ ਦੇਖਦਾ ਪੂਰਾ ਨਹੀਂ ਹੋ ਸਕਦਾ, ਲੇਕਿਨ ਇਹਨਾਂ ਦੇ ਪ੍ਰਧਾਨ ਰਾਸ਼ਟਰਪਤੀ ਬਣਨ ਤੋਂ ਬਾਅਦ ਐਸਾ ਲੱਗਦਾ ਹੈ ਕਿ ਅਗਰ ਕੋਈ ਗਰੀਬ ਵਿਅਕਤੀ ਸੁਪਨਾ ਦੇਖਦਾ ਤਾਂ ਸੁਪਨਾ ਪੂਰਾ ਹੁੰਦਾ। ਹੁਣ ਗੱਲ ਅਪਰਾਧ ਦੀ ਕਰ ਲੈਂਦੇ ਹਾਂ। ਲੁਧਿਆਣਾ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਢਲਾਈ ਫੈਕਟਰੀ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਰੋਹ ਅਤੇ ਚੋਰੀ ਦਾ ਸਮਾਨ ਖਰੀਦਣ ਵਾਲੇ ਕਬਾੜੀਆਂ ਨੂੰ ਕਾਬੂ ਕਰ ਲਿਆ ਗਿਆ। ਦਰਅਸਲ ਇਹ ਵਾਰਦਾਤ 10-11 ਜੁਲਾਈ ਦੀ ਰਾਤ ਨੂੰ ਹੋਈ ਸੀ, ਜਿਸ ਦੌਰਾਨ 2 ਮੋਟਰਸਾਈਕਲ ਸਵਾਰ ਚੋਰ ਫੈਕਟਰੀ 'ਚੋਂ ਵੱਡੀ ਗਿਣਤੀ ਦੇ ਵਿੱਚ ਸਿਲਵਰ ਤੇ ਪਿੱਤਲ ਦੀਆਂ ਡਾਈਆਂ ਚੋਰੀ ਕਰਕੇ ਫਰਾਰ ਹੋ ਗਏ ਸੀ। ਘਟਨਾ ਦੀ ਜਾਂਚ ਦੌਰਾਨ 14 ਜੁਲਾਈ ਨੂੰ ਦੋਹਾਂ ਚੋਰਾਂ ਨੂੰ ਕਾਬੂ ਕੀਤਾ ਗਿਆ ਸੀ, ਜਿਨ੍ਹਾਂ ਕੋਲੋਂ ਪੁੱਛਗਿੱਛ ਤੋਂ ਬਾਅਦ ਕਬਾੜ ਦਾ ਕੰਮ ਕਰਨ ਵਾਲੇ ਸ਼ਖਸ ਨੂੰ ਕਾਬੂ ਕੀਤਾ ਗਿਆ ਤੇ ਉਸ ਕੋਲੋਂ ਚੋਰੀ ਹੋਇਆ ਸਮਾਨ ਵੀ ਬਰਾਮਦ ਕੀਤਾ ਗਿਆ ਹੈ। 11 जुलाई की रात एक चोरी का वाक़या होया सी, जिसकी इन्फॉर्मेशन सानू 11 जुलाई ਨੂੰ मिली, जिस राजवीर सिंह जो संत कास्टिंग फैक्ट्री के मालिक है, हरगोबिंद नगर जो फैक्ट्री पैंदी है, उत्थे चोरी हुई सी, जिस 2 मुंडे एक मोटरसाइकिल के सवार होके 6 बोरे में 3 फेरियां ला के समान चोरी करके लेके गए सी। एज पर जो फैक्ट्री का मालिक हैगा, 5.5 लाख के तकरीबन दे जो डाइज थे वो मिसिंग सीगे। फिर तफ्तीश अमल चलाई गई, केस भी दर्ज किया गया अंडर 457 और 380 धारा IPC। फिर वो दोनों मुंडे जो है वो 14 जुलाई ਨੂੰ ਫੜ लिए गए। ਉਹਨਾਂ ਦੀ इंटरोगेशन च सानू एक नाम पता लग्या, सोनू संजू कबाड़ीए ਦਾ, जो कि एक कबाड़ी का काम करता सी। तो उन्होंने मुताबिक वो सारा का सारा जो चोरी का समान सीगा वो संजू कबाड़ी ने बेच चुके सी। तो फिर संजू कबाड़ी की भाल की गई, तो 22 जुलाई ਨੂੰ संजू कबाड़ी साडे काबू च आया। ਹੁਣ ਗੱਲ मौसम ਦੀ ਕਰ ਲੈਂਦੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਦਾ 27 ਤੋਂ 28 ਜੁਲਾਈ ਦਰਮਿਆਨ ਭਾਰੀ ਬਰਸਾਤ ਹੋ ਸਕਦੀ ਹੈ। ਇਸ ਸੰਬੰਧੀ ਮੌਸਮ ਮਾਹਿਰਾਂ ਦੇ ਵੱਲੋਂ ਗੱਲਬਾਤ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਗਈ। ਜ਼ਿਕਰ ਖਾਸ ਇਹ ਵੀ ਹੈ ਕਿ ਕੁਝ ਦਿਨ ਪਹਿਲਾਂ ਕਈ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਹੋਈ ਸੀ, ਪਰ 1-2 ਦਿਨਾਂ ਤੋਂ ਆਮ ਨਾਲੋਂ ਘੱਟ ਮੀਂਹ ਪਿਆ। ਉਧਰ ਦੂਜੇ ਪਾਸੇ ਮੀਂਹ ਦੀ ਵਜ੍ਹਾ ਦੇ ਨਾਲ ਕਈ ਥਾਈਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਮਾਹਿਰਾਂ ਨੇ ਨਾਲ ਹੀ ਲੋਕਾਂ ਨੂੰ ਸਿਹਤ ਦਾ ਖਿਆਲ ਰੱਖਣ ਤੋਂ ਇਲਾਵਾ ਪਹਾੜੀ ਇਲਾਕਿਆਂ ਦੇ ਵਿੱਚ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਵੀ ਕੀਤੀ ਹੈ। ਬਿਲਕੁਲ ਜੀ, ਆਉਣ ਵਾਲੇ 2 ਤੋਂ 3 ਦਿਨਾਂ ਦੇ ਵਿੱਚ ਜਿਹੜੀ ਹੈਵੀ ਰੇਨ ਦੀ ਪ੍ਰੈਡਿਕਸ਼ਨ ਹੈਗੀ IMD ਵੱਲੋਂ 26 ਤੋਂ 28 ਤਰੀਕ ਦੇ ਵਿੱਚ ਚਾਂਸਸ ਨੇ। 27 ਤੇ 28 ਤਰੀਕ ਨੂੰ ਜ਼ਿਆਦਾ ਇੰਟੈਂਸ ਐਕਟੀਵਿਟੀ ਹੋ ਸਕਦੀ ਹੈ। ਸੋ ਪੰਜਾਬ ਵਿੱਚ ਕਾਫੀ ਥਾਵਾਂ ਤੇ ਇਹਨਾਂ ਦਿਨਾਂ ਦੇ ਵਿੱਚ ਹੈਵੀ ਰੇਨਫਾਲ ਦੀ ਐਕਸਪੈਕਟੇਸ਼ਨ ਹੈਗੀ ਹੈ। ਅਤੇ ਮੈਮ ਜਦੋਂ ਤੋਂ ਮੌਨਸੂਨ ਨੇ ਦਸਤਕ ਦਿੱਤੀ ਹੈ, ਜ਼ਿਆਦਾਤਰ ਦੇਖਣ ਨੂੰ ਮਿਲ ਰਿਹਾ ਕਿ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਚੰਗੀ ਬਰਸਾਤ ਪੈ ਰਹੀ ਤੇ ਕੁਝ ਹਿੱਸਿਆਂ ਦੇ ਵਿੱਚ ਚੰਗੀ ਬਰਸਾਤ ਨਹੀਂ ਪੈ ਰਹੀ ਹੈ। ਅਤੇ ਜੇਕਰ ਭਾਰੀ ਬਰਸਾਤ ਦੀ ਜੋ ਸੰਭਾਵਨਾ ਦੱਸੀ ਜਾ ਰਹੀ ਹੈ, ਮਤਲਬ ਕਿਹੜੇ ਹਿੱਸਿਆਂ ਦੇ ਵਿੱਚ ਵਧੀਆ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ? ਜ਼ਿਆਦਾ ਜਿਹੜਾ ਨਾਰਥ ਈਸਟਰਨ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਹੋ ਸਕਦੀ ਹੈ ਜੀ, ਔਰ ਬਾਕੀ ਕਾਫੀ ਥਾਵਾਂ 'ਤੇ ਮਾਝਾ ਅਤੇ ਦੁਆਬਾ ਦੇ ਵਿੱਚ ਔਰ ਵੈਸਟ ਮਾਲਵਾ ਦੇ ਵਿੱਚ ਜ਼ਿਆਦਾ ਚਾਂਸਸ ਨੇ, ਜਦੋਂ ਕਿ ਈਸਟ ਮਾਲਵਾ ਦੇ ਵਿੱਚ ਜ਼ਿਆਦਾ ਚਾਂਸਸ ਨਹੀਂ ਹੈਗੇ ਬਾਰਿਸ਼ ਦੇ।
ਤੇ ਮੈਮ ਜਿਹੜੀ ਇਹ ਬਰਸਾਤ ਪੈਗੀ ਇਸ ਤੋਂ ਥੋੜਾ ਜਿਹਾ ਜਿਹੜਾ ਹੈ ਲੋਕ ਇਹ ਉਮੀਦ ਲਗਾ ਸਕਦੇ ਨੇ ਕਿ ਉਹਨਾਂ ਨੂੰ ਬਰਸਾਤ ਤੋਂ ਬਾਅਦ ਗਰਮੀ ਤੋਂ ਰਾਹਤ ਮਿਲੇਗੀ, ਕਿਉਂਕਿ ਉਹ ਚੀਜ਼ ਨਹੀਂ ਹੋ ਪਾ ਰਹੀ ਹੈ ਹੁਣ ਤੱਕ। ਜੋ ਵੀ ਮੌਨਸੂਨ ਦੀ ਜੋ ਵੀ ਬਾਰਿਸ਼ ਪੈ ਰਹੀ ਉਸ ਤੋਂ ਰਾਹਤ ਨਹੀਂ ਮਿਲ ਰਹੀ ਗਰਮੀ ਤੋਂ। ਬੇਸਿਕਲੀ ਅੱਜ ਕੱਲ੍ਹ ਜਿਹੜੀ ਗਰਮੀ ਚੱਲ ਰਹੀ ਹੈ ਜੀ, ਇਹ ਜ਼ਿਆਦਾ ਟੈਂਪਰੇਚਰ ਕਰਕੇ ਨਹੀਂ ਹੈਗੀ। ਟੈਂਪਰੇਚਰ ਨੋਰਮਲ ਹੀ ਚੱਲ ਰਿਹਾ, ਕੋਈ ਜ਼ਿਆਦਾ ਨਹੀਂ ਹੈਗਾ ਨੋਰਮਲ ਤੋਂ, ਬਟ ਕਿਉਂਕਿ ਹਿਊਮਿਡਿਟੀ ਬਹੁਤ ਜ਼ਿਆਦਾ, ਸੋ ਜਦੋਂ ਹਿਊਮਿਡਿਟੀ ਜ਼ਿਆਦਾ ਹੁੰਦੀ ਹੈ, ਟੈਂਪਰੇਚਰ ਮੋਡਰੇਟਲੀ ਹਾਈ ਵੀ ਹੋਵੇ, ਉਹਦੇ ਨਾਲ ਅਨਕੰਫਰਟੇਬਲਨੈਸ ਬਹੁਤ ਹੁੰਦੀ ਹੈ। ਸੋ ਉਹਦੇ ਕਰਕੇ ਸਾਨੂੰ ਗਰਮੀ ਮਹਿਸੂਸ ਜ਼ਿਆਦਾ ਹੁੰਦੀ ਹੈ ਕਿਉਂਕਿ ਹਿਊਮਿਡਿਟੀ ਜ਼ਿਆਦਾ। ਅੱਗੇ ਵਧਦੇ ਹਾਂ। ਅਨੇਕਾਂ ਇਤਿਹਾਸਕ ਜੰਗਾਂ ਜਿੱਤ ਕੇ ਭਾਰਤ ਦਾ ਨਾਂ ਸੰਸਾਰ ਪੱਧਰ ਤੇ ਉੱਚਾ ਚੁੱਕਣ ਵਾਲੀਆਂ ਭਾਰਤੀ ਫੌਜਾਂ ਦੇ ਵੱਲੋਂ ਕਾਰਗਿਲ ਵਿਜੇ ਦਿਵਸ ਦੇ ਮੌਕੇ ਤੇ ਖੁਸ਼ੀ ਮਨਾਈ ਗਈ। ਅੱਜ 23 ਸਾਲ ਪੂਰੇ ਹੋ ਗਏ ਨੇ। ਇਸੇ ਤਹਿਤ ਇੰਡੀਅਨ ਵੈਟਰਨ ਆਰਗੇਨਾਈਜੇਸ਼ਨ ਪੰਜਾਬ ਦੇ ਚੇਅਰਮੈਨ ਕੁਲਵੰਤ ਸਿੰਘ, ਕੈਪਟਨ ਮਲਕੀਤ ਸਿੰਘ ਹੌਲਦਾਰ, ਮਨੋਹਰ ਸਿੰਘ, ਕੈਪਟਨ ਹਰਜਿੰਦਰ ਸਿੰਘ, ਕੈਪਟਨ ਵਿਕਰਮ ਸਿੰਘ ਆਦਿ ਵੱਲੋਂ ਆਪਣੇ ਸਾਥੀਆਂ ਸਣੇ ਇੱਕ ਸਮਾਗਮ ਵਿੱਚ ਪਹੁੰਚੇ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਸੁਮਨ ਭੇਂਟ ਕੀਤੇ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਕਾਰਗਿਲ ਵਿਜੇ ਦਿਵਸ ਮਨਾਇਆ ਗਿਆ ਸੀ ਤੇ ਕਿਸ ਤਰ੍ਹਾਂ ਪਾਕਿਸਤਾਨੀ ਫੌਜਾਂ ਦਾ ਸਾਹਮਣਾ ਕੀਤਾ ਗਿਆ ਸੀ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਪੂਰਵ ਸੈਨਿਕਾਂ ਦੇ ਨਾਲ ਅੱਜ ਇੱਥੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਆਏ ਸੀ। ਅਸੀਂ ਰਖਬਾਗ 'ਚ ਇਹ 23ਵਾਂ ਸ਼ਰਧਾਂਜਲੀ ਸਮਾਰੋਹ ਹੈਗਾ ਔਰ ਵਿਜੇ ਦਿਵਸ ਵੀ ਹੈਗਾ। ਸਾਡੇ ਸ਼ਹੀਦਾਂ ਨੇ, ਸਾਡੇ ਸੈਨਿਕਾਂ ਨੇ ਆਪਣੀ ਜਾਨਾਂ ਕੁਰਬਾਨ ਕਰਕੇ ਸਾਡੇ ਦੇਸ਼ ਦੀ ਆਨ ਬਾਨ ਸ਼ਾਨ ਨੂੰ ਕਾਇਮ ਰੱਖਿਆ ਹੈ ਔਰ ਅਸੀਂ ਇਹਨਾਂ ਦੇ ਇਤਨੇ ਆਭਾਰੀ ਹਾਂ ਆਪਣੇ ਸੈਨਿਕਾਂ ਦੇ ਕਿ ਅਸੀਂ ਇਹਨਾਂ ਦਾ ਮੁੱਲ ਨਹੀਂ ਚੁਕਾ ਸਕਦੇ। ਅੱਜ ਦੀ ਨੌਜਵਾਨ ਪੀੜ੍ਹੀ ਕੋਈ ਨੌਕਰੀ ਲੱਭਦੀ ਹੈ ਆਪਣੇ ਫਾਇਦੇ ਲਈ ਲੱਭਦੀ ਹੈ ਕਿ ਜਿੱਥੇ ਉੱਪਰ ਦੀ ਇਨਕਮ ਹੋਵੇ, ਜਿੱਥੇ ਫਾਇਦੇ ਵਾਲਾ ਹੋਵੇ, ਮੋਟੀ ਤਨਖਾਹਾਂ ਹੋਣ, ਲੇਕਿਨ ਸਾਡੇ ਸ਼ਹੀਦ ਕਦੀ ਇਸ ਗੱਲ ਨੂੰ ਉਹ ਨਹੀਂ ਰੱਖਦੇ ਆਪਣੇ ਸਾਹਮਣੇ। ਉਹ ਹਮੇਸ਼ਾ ਆਪਣੀ ਦੇਸ਼ ਦੀ ਆਨ ਬਾਨ ਸ਼ਾਨ ਨੂੰ ਮੁੱਖ ਰੱਖ ਕੇ ਦੇਸ਼ ਦੀ ਸੇਵਾ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਨੇ। ਮੈਂ ਕੈਪਟਨ ਕੁਲਵੰਤ ਸਿੰਘ ਬਾੜਵਾਲ, ਡਿਸਟ੍ਰਿਕਟ ਲੁਧਿਆਣਾ। ਸਾਡੀ ਲੁਧਿਆਣਾ ਦੀ ਇੱਕ ਛੋਟੀ ਜਿਹੀ ਟੀਮ ਹੈ ਤੇ ਕੈਪਟਨ ਵਾਲੀਆ ਸਾਹਿਬ, ਹੌਲਦਾਰ ਮਨੋਹਰ, ਸਾਡੇ ਸਰਦਾਰ ਜਗਜੀਤ ਸਿੰਘ ਅਰੋੜਾ ਔਰ ਸਾਡੇ ਖਾਲਸਾ ਸਰਦਾਰ ਰਣਜੀਤ ਸਿੰਘ ਖਾਲਸਾ, ਅਸੀਂ ਹਰ ਵਕਤ ਜੋ ਵੀ ਸਾਡੇ ਲੁਧਿਆਣੇ ਦੇ ਵਿੱਚ ਪ੍ਰੋਗਰਾਮ ਹੁੰਦਾ ਸੀ ਆਪਣੇ ਪਰਸਨਲ ਡੋਨੇਸ਼ਨ ਕਰਕੇ ਅਸੀਂ ਇਹ ਪ੍ਰੋਗਰਾਮ ਬਣਾਉਂਦੇ ਹਾਂ। ਸਾਨੂੰ ਕਿਤੋਂ ਵੀ ਸਰਕਾਰ ਵੱਲੋਂ ਕੋਈ ਡੋਨੇਸ਼ਨ ਦੀ ਨਾ ਸਾਨੂੰ ਕੰਮ ਨਹੀਂਗਾ। ਅਸੀਂ ਆਪਦੇ ਸ਼ਹੀਦਾਂ ਨੂੰ ਪਹਿਲਾਂ 1962, 1965, 1971 ਦੇ ਹੋਣ ਔਰ ਕਾਰਗਿਲ ਦੇ ਹੋਣ, ਅਸੀਂ ਸਾਰੇ ਨੂੰ ਦਿਨ ਹਰ ਪਲ ਯਾਦ ਕਰਦੇ ਹਾਂ। 15 ਅਗਸਤ, 26 ਜਨਵਰੀ, ਵਿਜੇ ਦਿਵਸ। ਔਰ ਮੈਂ ਸਾਰੇ ਪੰਜਾਬ ਦੀ ਆਵਾਮ ਨੂੰ ਵੀ ਇੱਕ ਮੈਸੇਜ ਦੇਣਾ ਚਾਹੁੰਦਾ, ਤੁਸੀਂ ਆਪਣੇ ਸਾਰੇ ਜਿੰਨੇ ਵੀ ਆਪਣੇ ਡਿਸਟ੍ਰਿਕਟ ਕਾਰਗਿਲ ਦੇ ਵਿਜੇ ਦਿਵਸ ਮਨਾਉਂਦੇ ਆ, ਤੁਸੀਂ ਸਾਰਿਆਂ ਨੂੰ ਯਾਦ ਕਰਿਆ ਕਰੋ। ਜਿੱਦਾਂ ਸਾਡੇ ਕਈ ਸ਼ਹੀਦ ਹੋ ਗਏ, ਉਹਨਾਂ ਦੇ ਪਰਿਵਾਰਾਂ ਨੂੰ 1971 ਦੇ, 1965 ਦੇ, 62 ਦੇ, ਉਹਨੂੰ ਕਈਆਂ ਨੂੰ ਜ਼ਮੀਨਾਂ ਅਲਾਟ ਹੋਈਆਂ ਸੀ। ਅੱਜ ਸਰਕਾਰਾਂ ਨੂੰ ਉਹ ਜ਼ਮੀਨਾਂ ਨਹੀਂ ਦੇ ਰਹੇ। ਅੱਗੇ ਵਧਦੇ ਹਾਂ। ਤਸਵੀਰਾਂ ਤੁਹਾਨੂੰ ਵਿਖਾਉਣੇ ਆ ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਦੀਆਂ। ਇੱਥੋਂ ਦੇ ਐਲਡੀਕੋ ਸਟੇਟ ਦੀਆਂ ਤਸਵੀਰਾਂ ਨੇ, ਜਿੱਥੇ ਲੁਧਿਆਣਾ ਪੁਲਿਸ ਦੇ ਵੱਲੋਂ ਫੋਰੈਸਟ ਡਿਪਾਰਟਮੈਂਟ ਦੇ ਨਾਲ ਮਿਲ ਕੇ ਐਲਡੀਕੋ ਸਟੇਟ ਦੇ ਨਿਵਾਸੀਆਂ ਦੇ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ ਗਈ। ਮੌਕੇ ਤੇ ਕਲੋਨੀ ਨਿਵਾਸੀਆਂ ਨੇ ਆਖਿਆ ਕਿ ਉਹਨਾਂ ਦੇ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ, ਜਿਸ ਨੂੰ ਵੇਖਦਿਆਂ ਹੋਇਆਂ ਉਹਨਾਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਕਲੋਨੀ ਦੇ ਬਾਹਰ ਇੱਕ ਚੌਂਕੀ ਬਣਾਈ ਜਾਏ ਤਾਂ ਕਿ ਕ੍ਰਾਈਮ ਤੇ ਠੱਲ ਪੈ ਸਕੇ। ਇਸ ਦੌਰਾਨ ਸੁਸਾਇਟੀ ਦੇ ਪ੍ਰਧਾਨ ਨਵਲ ਥਾਪਰ ਤੇ ਵਰਿੰਦਰ ਸਹਿਗਲ ਤੋਂ ਇਲਾਵਾ ਹੋਰ ਲੋਕ ਵੀ ਮੌਜੂਦ ਰਹੇ। ਮਾਨਯੋਗ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਜੀ ਦੇ ਹੁਕਮ ਅਨੁਸਾਰ ਅੱਜ ਪੂਰੇ ਲੁਧਿਆਣਾ ਦੇ ਵਿੱਚ ਬੂਟੇ ਲਗਾਏ ਗਏ ਹੈ। ਇਹ ਬੂਟੇ ਜੋ ਹੈ ਲੁਧਿਆਣਾ ਦੇ ਹਰ ਸ਼ਹਿਰ ਦੇ ਹਰ ਥਾਣੇ ਵਿੱਚ, ਚੌਂਕੀ ਵਿੱਚ, ਪੁਲਿਸ ਲਾਈਨ ਵਿੱਚ ਲਗਾਏ ਗਏ ਹੈ। ਇਸ ਤੋਂ ਇਲਾਵਾ ਵੀ ਜਿਹੜੇ ਸਾਨੂੰ ਬਹੁਤ ਵਧੀਆ ਜਗ੍ਹਾ ਮਿਲੀਆਂ ਜਿੱਥੇ ਦਰਖਤ ਲਾਉਣ ਦੀ ਜ਼ਰੂਰਤ ਸੀ, ਉੱਥੇ ਵੀ ਲਗਾਏ ਗਏ। ਇਸ ਲੜੀ ਦੇ ਤਹਿਤ ਅੱਜ ਅਸੀਂ ਐਲਡੀਕੋ ਕੰਪਨੀ ਜੋ ਸੁਸਾਇਟੀ ਦੀ ਬਣੀ ਹੋਈ ਹੈ, ਉਹਨਾਂ ਦੇ ਕਹਿਣ 'ਤੇ ਵੀ ਅਸੀਂ ਇੱਥੇ ਪਹੁੰਚੇ ਹਾਂ। ਜੋ ਇੱਥੇ ਵੀ ਕਾਫੀ ਅਸੀਂ ਬੂਟੇ ਲਾਏ ਹੈ, ਜੋ ਇਸ ਸੁਸਾਇਟੀ ਨੇ ਬਹੁਤ ਯੋਗਦਾਨ ਦਿੱਤਾ ਹੈ ਇਸ ਬੂਟੇ ਲਾਉਣ ਵਿੱਚ। ਔਰ ਸੁਸਾਇਟੀ ਵੱਲੋਂ ਇੱਕ ਸਾਨੂੰ ਪੋਸਟ ਵੀ ਤਿਆਰ ਕਰਕੇ ਦਿੱਤੀ ਗਈ ਹੈ, ਜੋ ਅਸੀਂ ਮਾਨਯੋਗ ਸੀਪੀ ਸਾਹਿਬ ਜੀ ਨੂੰ ਰਿਕੁਐਸਟ ਕਰਾਂਗੇ ਕਿ ਇੱਥੇ ਜਿਹੜੀ ਚੌਕੀ ਬਣਾਈ ਜਾਵੇ। ਜੋ ਇਸ ਸੰਬੰਧੀ ਇਹਨਾਂ ਨੇ ਇੱਕ ਮੰਗ ਪੱਤਰ ਵੀ ਦਿੱਤਾ ਹੈ, ਜੋ ਅਸੀਂ ਮੰਗ ਪੱਤਰ ਵੀ ਸੀਪੀ ਸਾਹਿਬ ਦੇ ਪੇਸ਼ ਕਰਾਂਗੇ। ਸ਼੍ਰੀ ਸੋਮਨਾਥ ਜੀ ਏਸੀਪੀ ਸਾਹਿਬ ਸਾਡੇ ਕੋਲ ਆਏ ਨੇ। ਰੰਧਾਵਾ ਜੀ ਦਾ ਰਾਤੀ ਫੋਨ ਆਇਆ ਸੀਗਾ ਤੇ ਸਾਨੂੰ ਇਹਨਾਂ ਨੇ ਜਿਹੜੀ ਡਿਊਟੀ ਲਾਈ ਸੀ ਅਸੀਂ ਸਾਰੀ ਕੀਤੀ ਨੇ। ਅਸੀਂ ਇਹਨਾਂ ਨੂੰ ਕਿਹਾ ਸੀ ਕਿ ਸਾਡੀ ਜਿਹੜੀ ਚੌਂਕੀ ਬਣਾਈ ਸੀ ਤੁਸੀਂ ਪੋਸਟ ਇਹਨੂੰ ਪੱਕਾ ਕਰ ਦਿਓ, ਆਉਣ ਵਾਲੇ ਟਾਈਮ ਦੇ ਵਿੱਚ ਕ੍ਰਾਈਮ ਘੱਟ ਸਕੇ, ਜਿਹਦੇ ਨਾਲ ਲਾਡੋਵਾਲ ਤੋਂ ਲੈ ਕੇ
ਜਲੰਧਰ ਬਾਈਪਾਸ ਤੱਕ ਇੱਕੋ ਹੀ ਪੋਸਟ ਹੈਗੀ ਇਹ। ਇਹਨੂੰ ਜੇ ਪੱਕੀ ਕਰ ਦੋਗੇ ਤੇ ਕੋਈ ਵੀ ਕ੍ਰਾਈਮ ਜਦੋਂ ਸ਼ਹਿਰ ਦੇ ਵਿੱਚੋਂ ਕੋਈ ਆਏਗਾ ਨਾ ਕਰਕੇ ਇੱਥੇ ਫੜਿਆ ਜਾ ਸਕਦਾ ਹੈ, ਕਾਫੀ ਮਤਲਬ ਰੋਕ ਲੱਗ ਸਕਦੀ ਉਹਦੇ। ਤੇ ਏਸੀਪੀ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ, ਇਹ ਅਸੀਂ ਸੀਪੀ ਸਾਹਿਬ ਨੂੰ ਜਿਹੜੀ ਲੈਟਰ ਦਿੱਤੀ ਹੈ ਤੇ ਇਹ ਸਾਡੀ ਅੱਗੇ ਮਤਲਬ ਦੇਣਗੇ ਤੇ ਕੋਸ਼ਿਸ਼ ਪੂਰੀ ਕਰਨਗੇ ਕਿ ਇਹਨੂੰ ਪੱਕੀ ਕਰਾਈ ਜਾਵੇ। ਜੀ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡਾ ਕਮਿਸ਼ਨਰ ਸਾਹਿਬ ਤੋਂ ਏਸੀਪੀ ਸਾਹਿਬ ਦੀ ਡਿਊਟੀ ਲੱਗੀ ਹੈ ਤੇ ਸਾਡੇ ਕਲੋਨੀ ਐਲਡੀਕੋ ਸ਼ੁਭਕਰਮਨ ਵੈਲਫੇਅਰ ਸੁਸਾਇਟੀ ਵੱਲੋਂ ਇਹ ਪ੍ਰੋਗਰਾਮ ਉਡੀਕਿਆ ਗਿਆ ਹੈ। ਇਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਪੁਲਿਸ ਜਿਹੜੀ ਹੈ ਸਾਡੇ ਸਾਰੇ ਸਿਵਲੀਅਨਸ ਦੀ ਸਾਰਿਆਂ ਦੀ ਰੱਖਿਆ ਦੇ ਨਾਲ ਨਾਲ ਇਹਨਾਂ ਨੇ ਰੁੱਖਾਂ ਦੀ ਰੱਖਿਆ ਵੀ ਜਿਹੜੀ ਕਰਨਾ ਦਾ ਬਹੁਤ ਵੱਡਾ ਉਪਕਾਰਾ ਕੀਤਾ ਹੈ, ਹੁਣ ਸ਼ੁਰੂ ਕੀਤਾ ਹੈ, ਸ਼ੁਰੂਆਤ ਕੀਤੀ ਹੈ। ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਅਸੀਂ ਦਿਲੋਂ ਧੰਨਵਾਦੀ ਹਾਂ ਪੰਜਾਬ ਪੁਲਿਸ ਦਾ ਕਿ ਇਹਨਾਂ ਨੇ ਇੱਥੇ ਜਿਹੜੀ ਪੋਸਟ ਵੀ ਬਣਾਈ ਹੈ, ਚੌਂਕੀ ਵੀ ਬਣਾਈ ਹੈ। ਇਹਨੂੰ ਹੁਣ ਅਸੀਂ ਚੌਂਕੀ ਵਾਸਤੇ ਰਿਕੁਐਸਟ ਦਿੱਤੀ ਹੈ ਏਸੀਪੀ ਸਾਹਿਬ ਨੂੰ। ਇਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਕਮਿਸ਼ਨਰ ਸਾਹਿਬ ਨੂੰ ਕਹਿ ਕੇ ਜਲਦ ਤੋਂ ਜਲਦ ਉਹ ਵੀ ਕਰਨਗੇ। ਅੱਗੇ ਵਧਦੇ ਹਾਂ ਤੇ ਗੱਲ ਤੀਆਂ ਦੇ ਤਿਉਹਾਰ ਦੀ ਕਰ ਲੈਂਦੇ ਹਾਂ। ਚੰਡੀਗੜ੍ਹ ਰੋਡ ਤੇ ਸਥਿਤ ਮੋਤੀ ਮਹਿਲ ਵਿਖੇ ਰੂਪ ਮੇਕਓਵਰ ਦੇ ਵੱਲੋਂ ਤੀਜ ਸਮਾਗਮ ਦਾ ਪ੍ਰਬੰਧ ਕੀਤਾ ਗਿਆ, ਜਿਸ ਦੇ ਵਿੱਚ ਔਰਤਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਸਾਰੀਆਂ ਔਰਤਾਂ ਪੰਜਾਬੀ ਪਹਿਰਾਵੇ ਦੇ ਵਿੱਚ ਸਜ-ਧਜ ਕੇ ਪਹੁੰਚੀਆਂ ਤੇ ਮੌਕੇ ਤੇ ਆਰਗੇਨਾਈਜ਼ਰ ਰੁਪਿੰਦਰ ਕੌਰ ਦੇ ਵੱਲੋਂ ਇਸ ਸਮਾਗਮ ਸੰਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ। ਦਾ ਮਹੀਨਾ ਸਿਆਮ ਦੇ ਮਹੀਨੇ ਤੀਜ ਦਾ ਤਿਉਹਾਰ ਮਨਾਇਆ ਜਾਂਦਾ ਹੈ। ਕੁੜੀਆਂ ਜਿਹੜੀਆਂ ਆਪਣੇ ਪੇਕੇ ਘਰੋਂ ਆਉਂਦੀਆਂ ਨੇ ਤੇ ਤੀਜ ਮਨਾਉਣ ਆਉਂਦੀਆਂ ਨੇ ਤੇ ਇਹ ਨਾ ਪੁਰਾਣੇ ਜ਼ਮਾਨੇ 'ਚ ਤਾਂ ਪਿੱਪਲਾਂ ਦੇ ਪਿੰਗਾ ਪਾਉਂਦੇ ਸੀ ਤੇ ਪਿੱਪਲਾਂ ਦੇ ਨੀਚੇ ਪਿੰਗਾ ਪਾਉਂਦੇ ਝੂਟਦੇ ਸੀ। ਇਹ ਪੁਰਾਤਨ ਕਥਾ ਹੈ। ਜਦੋਂ ਕਹਿੰਦੇ ਸੀ ਸਾਵਣ ਦਾ ਮਹੀਨਾ ਆ, ਵਰਤ ਰੱਖਦੇ ਆ ਸ਼ਿਵ ਜੀ ਦੇ ਤੇ ਪਾਰਵਤੀ ਸ਼ਿਵ ਜੀ ਸੋਮਵਾਰ ਨੂੰ ਆਉਂਦੇ ਆ ਤੇ ਉੱਥੇ ਲੇਡੀ ਜਲ ਚੜਾਉਣ ਆਉਂਦੀਆਂ ਨੇ ਤੇ ਜਦੋਂ ਦੇਖਦੀਆਂ ਪਾਰਵਤੀ ਮਾਤਾ ਨੂੰ ਸਭ ਲੇਡੀਜ਼ ਨੱਚਦੀਆਂ ਟੱਪਦੀਆਂ ਤੇ ਉਸ ਤੋਂ ਬਾਅਦ ਪਾਰਵਤੀ ਮਾਤਾ ਨੇ ਤੀਜ ਦਾ ਨਾਮ ਦੇ ਦਿੰਦੀ ਹੈ। ਸਾਵਣ ਮਹੀਨੇ ਹਰਿਆਲੀ ਤੀਜ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਇਹ ਤੀਜ ਦਾ ਤਿਉਹਾਰ ਸ਼ੁਰੂ ਹੋ ਜਾਂਦਾ ਹੈ। ਪੁਰਾਣੇ ਜ਼ਮਾਨੇ 'ਚ ਤਾਂ ਅਸੀਂ ਪਿੱਪਲਾਂ ਨੀਚੇ ਪਾਉਂਦੇ ਸੀ, ਪਿੰਗਾ ਪਾਉਂਦੇ ਸੀ, ਮਤਲਬ ਕਿ ਹੁਣ ਮਾਡਰਨ ਜ਼ਮਾਨਾ ਹੋ ਗਿਆ, ਹੋਟਲਾਂ ਵਿੱਚ ਬਣਾਉਂਦੇ ਆ। ਤਾਂ ਹੀ ਕਿ ਤੀਆਂ ਤੀਜ ਦੀਆਂ ਭਾਦੋਂ ਦੇ ਮਕਲਾਵੇ ਤੀਆਂ ਤੀ ਇਸ ਵੇਲੇ ਤੀਜ ਬਣਾਉਂਦੇ, ਫਿਰ ਭਾਦੋਂ ਦੇ ਮਕਲਾਵੇ ਹੁੰਦੇ ਆ। ਕੁੜੀਆਂ ਨੱਚਦੀਆਂ ਟੱਪਦੀਆਂ ਨੇ, ਗਿੱਧਾ ਪਾਉਂਦੀਆਂ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਰੂਪ ਮੇਕਓਵਰ ਦੀ ਓਨਰ ਰੁਪਿੰਦਰ ਕੌਰ, ਅਸੀਂ ਅੱਜ ਰਲ ਮਿਲ ਕੇ 24 ਜੁਲਾਈ ਤੀਆਂ ਦਾ ਇੱਕ ਫੈਸਟੀਵਲ ਆਰਗੇਨਾਈਜ਼ ਕੀਤਾ। ਮੇਰੇ ਸਾਰੇ ਫਰੈਂਡਸ ਨੇ ਮਿਲ ਕੇ ਅਸੀਂ ਬੜੀ ਧੂਮਧਾਮ ਨਾਲ ਤੀਜ ਦਾ ਫੈਸਟੀਵਲ ਆਰਗੇਨਾਈਜ਼ ਕਰ ਰਹੇ ਹਾਂ। ਸੋ ਮੈਂ ਸਭ ਦਾ ਇਹੀ ਥੈਂਕਸ ਕਰੂੰਗੀ ਕਿ ਸਾਰਿਆਂ ਨੇ ਪਾਰਟਿਸਿਪੇਟ ਮਿਲ ਜੁਲ ਕੇ ਕੀਤਾ ਹੈ ਔਰ ਸਭ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਆਪਣਾ ਫੰਕਸ਼ਨ ਆਰਗੇਨਾਈਜ਼ ਕੀਤਾ ਹੈ। ਔਰ ਇਹਦੇ ਵਿੱਚ ਅਸੀਂ ਪੰਜਾਬੀ ਕਲਚਰ ਨੂੰ ਨਾਲ ਲੈ ਕੇ ਚੱਲਦੇ ਹਾਂ। ਜਿੱਦਾਂ ਅੱਜ ਕੱਲ੍ਹ ਸਾਡਾ ਥੋੜ੍ਹਾ ਜਿਹਾ ਮਾਹੌਲ ਇੱਦਾਂ ਦਾ ਬਣਿਆ ਹੋਇਆ ਹੈ ਕਿ ਅਸੀਂ ਪੰਜਾਬੀ ਕਲਚਰ ਤੋਂ ਥੋੜ੍ਹੇ ਵਿਛੜੇ ਹੋਏ ਹਾਂ, ਉਸੀ ਨੂੰ ਅਸੀਂ ਅਟੈਚ ਕਰਦੇ ਹੋਏ ਅੱਜ ਅਸੀਂ ਇਹ ਤੀਆਂ ਦਾ ਫੰਕਸ਼ਨ ਕਰ ਰਹੇ ਹਾਂ। ਇਸ ਫੰਕਸ਼ਨ ਦੇ ਵਿੱਚ ਬਹੁਤ ਸਾਰੀਆਂ ਗੇਮਸ, ਗਿੱਧਾ, ਪਰਫਾਰਮੈਂਸ, ਡੀਜੇ ਡਾਂਸ, ਭੰਗੜਾ ਡਾਂਸ, ਮਤਲਬ ਕਿ ਇੱਕ ਤਰ੍ਹਾਂ ਦਾ ਅਸੀਂ ਖੁਸ਼ੀ ਦਾ ਮਾਹੌਲ ਕ੍ਰੀਏਟ ਕਰ ਰਹੇ ਹਾਂ ਕਿ ਹਰ ਘਰ ਦੇ ਵਿੱਚ ਥੋੜ੍ਹੀ ਨਮੀ ਦਾ ਮਾਹੌਲ ਹੈ, ਲੇਕਿਨ ਅਸੀਂ ਇੱਦਾਂ ਦੇ ਇਵੈਂਟਸ ਕਰਕੇ ਥੋੜ੍ਹਾ ਜਿਹਾ ਖੁਸ਼ੀ ਦਾ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਕੋਸ਼ਿਸ਼ ਇਹੀ ਹੈ ਕਿ ਅੱਜ ਇਸ ਲੈਵਲ ਤੋਂ ਅੱਗੇ ਲੈਵਲ 'ਤੇ ਵਧਾਉਣ ਵਾਸਤੇ ਅਸੀਂ ਹਰ ਸਾਲ ਇਸ ਇਵੈਂਟ ਨੂੰ ਜਾਰੀ ਰੱਖਾਂਗੇ। ਹਾਂਜੀ, ਅੱਜ ਦਾ ਬਹੁਤ ਹੀ ਵਧੀਆ ਫੰਕਸ਼ਨ ਰੁਪਿੰਦਰ ਜੀ ਨੇ ਆਰਗੇਨਾਈਜ਼ ਕੀਤਾ ਹੈ ਪੰਜਾਬੀ ਕਲਚਰ ਨੂੰ ਲੈ ਕੇ। ਜਿਵੇਂ ਤੀਜ ਦਾ ਮਤਲਬ ਸਾਵਣ ਦਾ ਸ਼ੁਰੂ ਹੁੰਦੇ ਹੀ ਸਭ ਦਾ ਇਹੋ ਧਿਆਨ ਹੁੰਦਾ ਹੈ ਕਿ ਤੀਜ ਹੁਣ ਆ ਰਹੀ ਹੈ ਤੇ ਤੀਜ ਤੋਂ ਹੀ ਤਕਰੀਬਨ ਸਾਰੇ ਤਿਉਹਾਰ ਅੱਗੇ ਸ਼ੁਰੂ ਹੋ ਜਾਂਦੇ ਹੈ। ਤੇ ਤੀਜ ਤਾਂ ਡੈਫੀਨੇਟਲੀ ਅਸੀਂ ਸਾਰੇ ਪੰਜਾਬ ਵਿੱਚ ਰਹਿੰਦੇ ਹਾਂ ਤੇ ਪੰਜਾਬ ਦਾ ਇਹ ਬੈਸਟ ਤਿਉਹਾਰ ਹੈ ਤੇ ਜਿਹਦੇ ਵਿੱਚ ਅਸੀਂ ਸਾਰੇ ਆਪਣੀ ਪੁਰਾਣੀ ਕਲਚਰ ਨੂੰ ਯਾਦ ਰੱਖਦੇ ਹਾਂ ਤੇ ਖੁਸ਼ੀਆਂ ਵਾਲਾ ਮਾਹੌਲ ਆਪਾਂ ਸੈਲੀਬ੍ਰੇਟ ਕਰਦੇ ਹਾਂ। ਕਿੱਦਾਂ ਲੱਗ ਰਿਹਾ ਹਾਂਜੀ, ਕਿੱਦਾਂ ਲੱਗ ਰਿਹਾ ਹੈ? ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ। ਇਨਫੈਕਟ ਮਤਲਬ ਹੁਣੀ ਸਾਰੇ ਅਸੀਂ ਗਿੱਧਾ ਭੰਗੜਾ ਪਾ ਰਹੇ ਸੀ ਤੇ ਆਪਣੇ ਆਪ ਹੀ ਅਸੀਂ ਬੈਠੇ ਖੜੇ ਹੋ ਗਏ। ਮਤਲਬ ਇੱਦਾਂ ਦਾ ਮਾਹੌਲ ਹੁੰਦਾ ਕਿ ਜਿਵੇਂ ਹੀ ਪੰਜਾਬੀ ਸੌਂਗਸ ਚੱਲਦੇ ਹੈ, ਜਿਵੇਂ ਹੀ ਗਿੱਧਾ ਸ਼ੁਰੂ ਹੁੰਦਾ ਤੇ ਆਪਣੇ ਆਪ ਹੀ ਪੈਰ ਚੱਲਣੇ ਸ਼ੁਰੂ ਹੋ ਜਾਂਦੇ ਆ। ਤੇ ਇੱਕ ਅਸੀਂ ਆਪਣੇ ਸਾਰੇ ਕਲਚਰ ਨੂੰ ਅਸੀਂ ਜਿਹੜੀ ਭੁੱਲਦੇ ਜਾ ਰਹੇ ਹਾਂ। ਆਪਾਂ ਜੇ ਐਵੇਂ ਦੇ ਫੰਕਸ਼ਨ ਸੈਲੀਬ੍ਰੇਟ ਕਰਦੇ ਜਾਵਾਂਗੇ ਤੇ ਆਪਾਂ ਬਹੁਤ ਆਪਣੀ ਕਲਚਰ ਨਾਲ ਜੁੜੇ ਰਵਾਂਗੇ। ਪਹਿਲਾ ਨਜ਼ਰ ਹੈਡਲਾਈਨਸ ਤੇ। ਨਗਰ ਨਿਗਮ ਦੀ ਹੋਈ ਬੈਠਕ, ਇਸ ਦੌਰਾਨ ਕਈ ਮੁੱਦਿਆਂ ਤੇ ਕੀਤੀ ਗਈ ਚਰਚਾ। ਬੈਠਕ ਵਿੱਚ ਅਕਾਲੀ ਲੀਡਰ ਜਸਪਾਲ ਗਿਆਸਪੁਰਾ ਨੇ ਕਾਂਗਰਸ ਤੇ ਸਾਧੇ ਨਿਸ਼ਾਨੇ। ਮੀਟਿੰਗ 'ਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਮਤਾ ਕੀਤਾ ਗਿਆ ਪਾਸ। ਕਲੋਨਾਈਜ਼ਰਾਂ ਦੇ ਪ੍ਰਾਪਰਟੀ ਡੀਲਰਾਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ। ਵਧੇ ਕਲੈਕਟਰ ਰੇਟਾਂ ਦੇ ਖਿਲਾਫ ਜਤਾਇਆ ਰੋਹ। 28 ਜੁਲਾਈ ਨੂੰ ਵੱਡਾ ਇਕੱਠ ਜਤਾਉਣ ਦਾ ਦਿੱਤਾ ਸੱਦਾ। ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕੀ ਵੱਲੋਂ ਮੀਟਿੰਗ ਦੇ ਵਿੱਚ ਵਿਧਾਇਕ ਤੇ ਉੱਚ ਅਧਿਕਾਰੀ ਰਹੇ ਮੌਜੂਦ। ਇਸ ਦੌਰਾਨ ਸੂਬਾ ਸਰਕਾਰ ਦੀਆਂ ਯੋਜਨਾਵਾਂ ਸੰਬੰਧੀ ਕੀਤੀ ਗਈ ਗੱਲਬਾਤ।
ਮੌਸਮ ਨੂੰ ਲੈ ਕੇ ਸੂਬੇ ਦੇ ਵਿੱਚ ਹਾਈ ਅਲਰਟ ਜਾਰੀ। ਅਗਲੇ ਦਿਨਾਂ ਵਿੱਚ ਸੂਬੇ ਦੇ ਵਿੱਚ ਭਾਰੀ ਬਰਸਾਤ ਦੀ ਸੰਭਾਵਨਾ। ਮੌਸਮ ਮਾਹਿਰਾਂ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ। ਅਤੇ ਮੋਤੀ ਮਹਿਲ ਦੇ ਵਿੱਚ ਕਰਵਾਇਆ ਗਿਆ ਤੀ ਸਮਾਗਮ। ਵੱਡੀ ਗਿਣਤੀ ਦੇ ਵਿੱਚ ਔਰਤਾਂ ਨੇ ਕੀਤੀ ਸ਼ਮੂਲੀਅਤ। ਸੱਭਿਆਚਾਰਕ ਪਹਿਰਾਵੇ ਦੇ ਵਿੱਚ ਪੁੱਜੀਆਂ ਔਰਤਾਂ। ਲੁਧਿਆਣਾ ਖਬਰਨਾਮਾ ਦੇ ਵਿੱਚ ਅੱਜ ਲਈ ਇੰਨਾ ਹੀ। ਤੁਸੀਂ ਬਣੇ ਰਹੋ ਸਾਡੇ ਨਾਲ ਤੇ ਵੇਖਦੇ ਰਹੋ ਤਾਜ਼ਾ ਤਰੀਨ ਖਬਰਾਂ। ਮੈਨੂੰ ਇਜਾਜ਼ਤ ਦਿਓ। ਧੰਨਵਾਦ।